ਤੁਹਾਡਾ ਸਭ ਤੋਂ ਵੱਧ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਤੁਹਾਨੂੰ ਦਿਨ ਦੋਗੁਣੀ ਰਾਤ ਚੌਗੁਣੀ ਤੁਹਾਨੂੰ ਤਰੱਕੀ ਬਖਸ਼ੇ। ਤੁਸੀਂ ਹਰੀਕੇ ਧਰਨੇ 'ਤੇ ਬਹੁਤ ਮਿਹਨਤ ਕੀਤੀ, ਤੁਹਾਡੀਆਂ ਕਾਰਾਂ ਵੀ ਭੰਨਤੀਆਂ, ਤੁਸੀਂ ਫਿਰ ਵੀ ਨਹੀਂ ਬੈਠੇ, ਦਿਨ ਰਾਤ ਤੁਸੀਂ ਸੇਵਾ ਕਰਦੇ ਜੇ। 13 ਸਾਲਾਂ 'ਚ ਇੱਕ ਫਸਲ ਹੋਈ ਮਾਲਕੀ ਜ਼ਮੀਨ ਦੇ ਵਿੱਚ? ਇੱਕ ਫਸਲ ਹੋਈ ਕਣਕ ਦੀ। ਮੈਂ ਆਪਣੀ ਜ਼ਿੰਦਗੀ 'ਚ 2 ਫਸਲਾਂ ਵੇਖੀਆਂ, ਕਣਕਾਂ, ਇੱਕ ਸੜ ਗਈ, ਇੱਕ ਜਿਹੜੀ ਵੱਡੀ। ਬਸ 13 ਸਾਲ ਦੇ ਵਿੱਚ, ਉਹ ਵੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਥੱਲੇ ਮਾਲਕੀ ਜ਼ਮੀਨ। ਜੇ ਵੱਡੇ ਵੱਡੇ ਫਲਾਈਓਵਰ ਬਣ ਸਕਦੇ ਆ, ਰੋਡ ਨਿਕਲ ਸਕਦੇ ਨਵੇਂ, ਕਿੰਨੇ ਰੋਡ ਨਿਕਲ ਕੇ ਤੁਸੀਂ ਵੇਖਿਆ, ਰੁੱਖ ਵੜ ਕੇ ਇਹਨਾਂ ਨੇ ਬੇੜਾ ਗਰਕ ਕਰਤਾ। ਤੇ ਕੀ ਗੱਲ ਇਹ ਨਹੀਂ ਨਹਿਰੀ ਹੋ ਸਕਦਾ? ਜੇ ਕਿਸੇ ਦੀ ਮਾਝੇ ਜ਼ਮੀਨ 5 ਏਕੜ ਆ ਨਾ, ਉਹ ਆਪਣੇ ਆਪ ਨੂੰ ਸ਼ਾਹੂਕਾਰ ਘਮਾਉਂਦਾ। ਇੱਥੇ ਮੈਂ 20 ਕਿੱਲਿਆਂ ਵਾਲੇ ਵਿਚਾਰੇ ਲੋਕਾਂ ਦੀਆਂ ਵੱਟਾਂ ਤੇ ਘਾਹ ਵੱਢਦੇ ਵੇਖੇ। ਇਹ ਆਪਣਾ 100ਵਾਂ 'ਚ ਨਹੀਂ, ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਮਤਲਬ ਕਿ ਦੱਬੀ ਪਈ ਦਰਿਆ ਥੱਲੇ, ਨੰਬਰੀ ਜ਼ਮੀਨਾਂ ਸਾਰੀਆਂ ਮਾਲਕੀ। ਜੇ ਸਰਕਾਰ ਚਾਹਵੇ ਗੋਂਦਵਾਲ ਸਾਹਿਬ ਤੋਂ ਲੈ ਕੇ ਹਰੀਕੇ ਤੱਕ ਦੋ ਨਹਿਰਾਂ ਵੀ ਬਣਾਉਣ ਨਾ ਵੱਡੀਆਂ, ਤੇ ਇਹ ਕਦੀ ਵੀ ਹੜ੍ਹ ਦੀ ਮਾਰ ਜਿਹੜਾ ਵਾ ਇੱਥੇ ਮਾਰ ਨਹੀਂ ਕਰੂਗਾ। ਤੇ ਆ ਗੱਠ ਕੁਆਂਟਲ ਦੀ ਇਹ 2-4 ਦਿਨ ਹੀ ਕੱਢਣੀ, ਇਹਦੇ ਮਲਮ ਹੀ ਲੱਗੀ ਤੁਹਾਡੇ ਫਿਰ? ਹਾਂਜੀ, ਇਹ 2-4 ਦਿਨ ਹੀ ਕੱਢਣੇ। ਚਲੋ ਇੰਨਾ ਟਾਈਮ ਸਰ ਜੂ। ਹੁਣ ਦੁੱਧੋਂ ਵੀ ਸੁੱਕ ਗਈਆਂ, ਕੋਈ ਪੱਠੇ ਕਿਤੇ ਰਹਿ ਨਹੀਂ ਗਏ ਮੰਡ ਜੀ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਜਿਹੜਾ ਤੁਸੀਂ ਇੰਨਾ ਸਾਡਾ ਬਾਂਹ ਫੜੀ ਜੋ ਤੇ ਅਸੀਂ ਇੱਥੋਂ ਤੱਕ ਗਏ ਹਾਂ। ਜਿਵੇਂ ਕਹਿੰਦੇ ਗਰੀਬ ਦਾ ਮੂੰਹ ਗੁਰੂ ਕੀ ਗੋਲਕੇ। ਹਾਂਜੀ ਹਾਂਜੀ। ਤੇ ਅੱਜ ਬਿਲਕੁਲ ਸਹੀ ਥਾਂ ਤੇ ਦਸ਼ਵੰਧ ਸੰਗਤ ਦਾ ਪਹੁੰਚ ਰਿਹਾ। ਬਿਲਕੁਲ ਭਾਈ ਸਹੀ ਥਾਂ ਤੇ ਆ, ਮੌਕੇ ਤੇ ਬੰਦੇ ਖੜੇ ਆ ਜਿਹੜੇ ਮੰਡ ਚੋਂ ਆਣ ਕੇ ਮਾਝੇ ਬੈਠੇ ਆ ਜੀ, ਤੇ ਮੌਕੇ ਤੇ ਆਣ ਕੇ ਉਹਨਾਂ ਨੇ ਚਾਰ ਖੜਨਾ ਇੱਥੋਂ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਪੰਜਾਬ ਹੜ੍ਹਾਂ ਦੀ ਮਾਰ ਦੇ ਵਿੱਚ ਔਰ ਬੜੇ ਪਿੰਡ ਜਿਹੜੇ ਨੇ ਇਹ ਹੜ੍ਹਾਂ ਨੇ ਤਬਾਹ ਕਰ ਦਿੱਤੇ। ਫਸਲਾਂ, ਜ਼ਮੀਨਾਂ ਬਰਬਾਦ ਹੋ ਗਈਆਂ, ਜ਼ਮੀਨਾਂ ਉੱਚੀਆਂ ਨੀਵੀਆਂ ਹੋ ਗਈਆਂ, ਫਸਲਾਂ ਬਰਬਾਦ ਹੋ ਗਈਆਂ। ਪਾਣੀ ਹਟਣ ਦਾ ਨਾਂ ਨਹੀਂ ਲੈ ਰਿਹਾ। ਲਗਭਗ ਅੱਜ 40 ਤੋਂ 50 ਦਿਨ ਹੋ ਗਏ ਨੇ ਪਾਣੀ ਵਗਦੇ ਨੂੰ। ਔਰ ਹੈਰਾਨੀ ਦੀ ਗੱਲ ਹੈ ਵੀ ਇੱਥੇ ਬਿਆਸ ਦਰਿਆ ਦੇ ਕੰਢੇ 'ਤੇ ਘੜਕਾ ਪਿੰਡ ਹੈ ਗੁੱਜਰਵਾਲਾ, ਅਜੇ ਵੀ ਪਾਣੀ ਉੱਥੇ 7 ਤੋਂ 8 ਫੁੱਟ ਪਾਣੀ ਅੱਜ ਵੀ ਖੜ੍ਹਾ ਹੈ। ਕਮਾਦ ਲੋਕਾਂ ਦੇ ਦੇਖ ਨਹੀਂ ਰਹੇ। ਸੋ ਫਸਲਾਂ ਵੀ ਰੁੜ ਗਈਆਂ, ਪਸ਼ੂਆਂ ਦਾ ਚਾਰਾ ਵੀ ਰੁੜ ਗਿਆ, ਸੁੱਕਾ ਚਾਰਾ ਵੀ ਬਰਬਾਦ ਹੋ ਗਿਆ। ਸੋ ਸਮਾਜ ਸੇਵੀਆਂ ਵੱਲੋਂ ਪਹਿਲਾਂ ਵੀ ਇਹਨਾਂ ਪਿੰਡਾਂ ਦੇ ਵਿੱਚ ਪਿਛਲੇ ਦਿਨਾਂ ਦੇ ਅੰਦਰ ਅਕਾਲ ਏਡ ਦੇ ਸਹਿਯੋਗ ਨਾਲ ਵੀਰ ਸਤਨਾਮ ਸਿੰਘ, ਹਰਜਿੰਦਰ ਸਿੰਘ, ਸਾਡੇ ਵੀਰ ਢਿੱਲੋਂ ਸਾਹਿਬ, ਬਲਵਿੰਦਰ ਸਿੰਘ ਜੀ ਢਿੱਲੋਂ, ਇਹਨਾਂ ਸਾਰਿਆਂ ਵੱਲੋਂ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਰਸਦ ਲੈ ਕੇ ਆਂਦੀ ਸੀ। ਉਦੋਂ ਬਾਅਦ ਚੋਕਰ, ਤੂੜੀ ਲੈ ਕੇ ਆਂਦੀ। ਔਰ ਪਿੰਡ ਵਾਲਿਆਂ ਦੀ ਮੰਗ ਸੀ ਵੀ ਸਾਨੂੰ ਅਚਾਰ ਮਿਲ ਜੇ। ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਹੋਈ, ਅੱਜ ਵੇਖੋ ਟਰਾਲਾ ਭਰ ਕੇ ਅੱਜ ਅਚਾਰ ਦਾ ਵੀ ਇਹਨਾਂ ਦੀ ਸੇਵਾ ਦੇ ਵਿੱਚ ਪਹੁੰਚ ਗਿਆ। ਸੋ ਵੀਰਾਂ ਵੱਲੋਂ ਸੇਵਾ ਹੋਈ ਏ, ਉਹ ਵੀਰਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਵੀਰਾਂ ਦਾ ਸਵਾਗਤ ਕਰਦੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਜੀਵਨ ਸਿੰਘ ਦੇ ਸਥਾਨ ਬਾਬੇ ਸ਼ਹੀਦ ਪਿੰਡ ਘੜਕਾ, ਜੋ ਕਿ ਸ਼ਾਮ ਸਿੰਘ ਟਾਰੀ ਨਾਲ ਪਿੰਡ ਸਭਰਾ, ਫਤਿਹਗੜ੍ਹ ਸਭਰਾ ਸ਼ਹੀਦੀ ਪ੍ਰਾਪਤ ਕੀਤੀ ਇਹਨਾਂ ਨੇ। ਉਹਨਾਂ ਦੇ ਸਥਾਨ 'ਤੇ ਤੁਸੀਂ ਰਸਤਾ ਲੈ ਕੇ ਪਹੁੰਚੇ ਹੋ ਜੀ। ਸਰਦਾਰ ਭਾਲ ਸਿੰਘ ਜੀ, ਤੁਸੀਂ ਕਾਲ ਚੈਨਲ ਵੱਲੋਂ ਆਏ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਸਤਨਾਮ ਸਿੰਘ ਜੀ, ਅਕਾਲ ਏਡ ਦਾ ਤੁਸੀਂ ਸਾਰੇ ਸਹਿਯੋਗ ਕਰ ਰਹੇ ਹੋ ਪਹਿਲੇ ਦਿਨ ਤੋਂ। ਜਿੱਦਣ ਪਹਿਲੇ ਦਿਨ ਰਾਸ਼ਨ ਵੰਡਿਆ ਉਦਣ ਵੀ ਤੁਸੀਂ ਅਕਾਲ ਏਡ ਦਾ ਸਹਿਯੋਗ ਕੀਤਾ ਰਾਸ਼ਨ ਦੇ ਵਿੱਚ ਵੀ। ਫਿਰ ਚੋਕਰ ਆਇਆ, ਚੋਕਰ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਸੇਵਾ ਕੀਤੀ। ਕੁਝ ਬਟਾਲੇ ਦੇ ਵੀਰ ਸਨ, ਉਹਨਾਂ ਨੇ ਵੀ ਸੇਵਾ ਲੁੱਟੀ ਏ। ਸੋ ਪਿੰਡ ਵਾਲਿਆਂ ਦੀ ਮੰਗ ਸੀ ਵੀ ਸਾਡਾ ਚਾਰਾ ਰੁੜ ਗਿਆ। ਹਰੇਕ ਘਰ ਦੇ ਕੋਲ ਪਸ਼ੂ ਆਪਾਂ ਵੇਖਿਆ ਵੀ ਚੋਖੇ ਨੇ, ਔਰ ਜਿਹੜੇ ਸੜਕ 'ਤੇ ਚਾਰਦੇ ਸੀ ਲੋਕਾਂ ਨੇ ਸਪਰੇਆਂ ਕਰਤੀਆਂ। ਆਪਾਂ ਵੇਖਦੇ ਹਾਂ ਵੀ ਰਾਹਗੀਰ ਵੀ ਲੰਘਦੇ, ਲਿੰਕ ਸੜਕਾਂ ਨੇ। ਉਹਨਾਂ ਨੇ ਇਹ ਮੰਗ ਕੀਤੀ ਸੀ। ਅੱਜ ਅਕਾਲ ਪੁਰਖ ਵਾਹਿਗੁਰੂ ਕਿਰਪਾ ਹੋਈ, ਤੁਸੀਂ ਸੇਵਾ ਪਾਈ, ਸਰਦਾਰ ਬਲਵਿੰਦਰ ਸਿੰਘ ਨੇ ਸੇਵਾ ਪਾਈ, ਦਾਸ ਤੋਂ ਵਾਹਿਗੁਰੂ ਨੇ ਸੇਵਾ ਲਈ, ਕਿਉਂਕਿ ਆਪਾਂ ਸਾਰੇ ਗੁਰੂ ਕੇ ਸਿੱਖਾਂ, ਦਸ਼ਵੰਧ ਕੱਢਦੇ ਹਾਂ। ਔਰ ਦਸ਼ਵੰਧ ਦੀ ਸੇਵਾ ਦੇ ਨਾਲ ਇੱਥੇ ਪਹੁੰਚਿਆ, ਇਹ ਸਿਰਫ ਲੋੜਵੰਦਾਂ ਤੱਕ ਹੀ ਪਹੁੰਚੇਗਾ। ਅੱਗੋਂ ਜਿਹੜੀ ਤੁਸੀਂ ਮਖੂ ਸਾਹਿਬ ਸੰਯੋਗ ਦੀ ਗੱਲ ਕੀਤੀ ਆ ਨਾ, ਜਿੱਦਾਂ ਵਾਅਦੇ ਕਰਦੇ ਆ, ਇਲੈਕਸ਼ਨ ਚੱਲਦੀ ਰਹਿੰਦੀ ਆ, ਮੈਂ ਕਹਿੰਦਾ ਜੀ ਮੈਨੂੰ ਵੋਟਾਂ ਪਾਓ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ। ਵੋਟਾਂ ਪੈਣ ਤੋਂ ਬਾਅਦ ਮੈਨੂੰ ਕੋਈ ਅਹੁਦਾ ਮਿਲਦਾ, ਮੈਂ MLA ਬਣ ਗਿਆ, ਮੈਂ ਮੰਤਰੀ ਬਣ ਗਿਆ,
ਝੂਠੇ ਵਾਅਦੇ ਕਰਕੇ ਬਾਅਦ ਚ ਦੇਣਾ ਤੇ ਕਿਸੇ ਨੂੰ ਕੀ ਆ, ਮੂੰਹ ਵਿਖਾਉਣ ਨੂੰ ਨਹੀਂ ਕੋਈ ਆਉਂਦਾ। ਤੁਹਾਡੇ ਸੰਯੋਗ ਨਾਲ ਅਕਾਲ ਚੈਨਲ ਜਿਹੜਾ ਤੁਸੀਂ ਅਕਾਲ ਏਡ, ਤੁਸੀਂ ਆਏ ਪਹਿਲੇ ਦਿਨ ਹੀ ਆਏ, ਤੁਸੀਂ ਕੋਈ ਵਾਅਦਾ ਨਹੀਂ ਕੀਤਾ, ਤੁਸੀਂ ਪਹਿਲੇ ਦਿਨ ਹੀ ਕਿੱਟਾਂ ਲੈ ਕੇ ਆਏ, ਆਟਾ ਚੌਲ ਦਾਲਾਂ ਸਾਰਾ ਕੁਝ ਤੁਸੀਂ ਕਿੱਟ ਬਣਾ ਕੇ ਤਿਆਰ ਕਰਕੇ ਇੱਥੇ ਇਕੱਲਾ ਮੂੰਹ ਵਿਖਾਉਣ ਨਹੀਂ ਆਏ। ਤੁਹਾਡਾ ਸਭ ਤੋਂ ਵੱਧ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਤੁਹਾਨੂੰ ਦਿਨ ਦੋਗਣੀ ਰਾਤ ਚੌਗਣੀ ਤੁਹਾਨੂੰ ਤਰੱਕੀ ਬਖਸ਼ੇ। ਤੁਸੀਂ ਹਰੀਕੇ ਧਰਨੇ 'ਤੇ ਬਹੁਤ ਮਿਹਨਤ ਕੀਤੀ, ਤੁਹਾਡੀਆਂ ਕਾਰਾਂ ਵੀ ਭੰਨਤੀਆਂ, ਤੁਸੀਂ ਫਿਰ ਵੀ ਨਹੀਂ ਬੈਠੇ, ਦਿਨ ਰਾਤ ਤੁਸੀਂ ਸੇਵਾ ਕਰਦੇ ਜੇ। ਮੈਂ ਕਹਿੰਦਾ ਵੀ ਇਹ ਜਿਹੜੇ ਮੰਤਰੀ MLA ਆ ਸਿਰਫ ਤੇ ਸਿਰਫ ਇਹ ਸਾਨੂੰ ਲੁੱਟਣ ਆਉਂਦੇ ਆ, ਬੇਵਕੂਫ ਬਣਾਉਣ ਆਉਂਦੇ ਆ। ਕੋਈ ਇੱਥੇ ਵੜਦਾ ਨਹੀਂ, ਸਾਰਾ ਬੁਰਾ ਹਾਲ ਵੇਖ ਲਓ, 40 ਦਿਨ ਤੋਂ ਉੱਪਰ ਹੋ ਗਿਆ, ਪਾਣੀ ਨਾਲ ਬੁਰੇ ਹਾਲ ਵਾ। ਤੁਸੀਂ ਡੇਲੀ ਕੁਝ ਨਾ ਕੁਝ ਨਗਰ ਵਾਸਤੇ ਇੱਥੇ ਨਹੀਂ, ਤੁਸੀਂ ਧੀਰੇ ਘਰ, ਤੁਸੀਂ ਲੋਹੀਆਂ ਸਾਈਡ ਤੁਸੀਂ ਬਹੁਤ ਸੇਵਾ ਕੀਤੀ, ਤੁਸੀਂ ਉਦੋਂ ਦੇ ਘਰੇ ਪੈਰ ਨਹੀਂ ਪਾਇਆ, ਤੁਸੀਂ ਤੁਰੇ ਫਿਰਦੇ। ਸਹਿਯੋਗ ਨਾਲ ਗੁਰੂ ਦੀ ਕਿਰਪਾ ਨਾਲ ਹੀ ਆਪਾਂ ਕੌਣ ਹੁੰਨੇ ਆ। ਦਰਸ਼ਕੋ ਵੀਰ ਚਲੋ ਕਹਿ ਰਹੇ ਨੇ ਇਹ ਵੀ ਉਦੋਂ ਦੇ ਸੇਵਾ 'ਚ ਨੇ, ਇਹ ਵੀਰ ਵੀ ਸੇਵਾ 'ਚ ਨੇ, ਸਾਰੇ ਵੀਰ ਸੇਵਾ 'ਚ ਨੇ, ਪਰ ਵਡਿਆਈ ਗੁਰੂ ਦੀ ਹੈ। ਗੁਰੂ ਨੇ ਸਾਨੂੰ ਬਲ ਬਖਸ਼ਿਆ, ਸਾਰੇ ਅਸੀਂ ਸੇਵਾ ਦੇ ਵਿੱਚ। ਅਕਾਲ ਏਡ ਦੀ ਸਮੁੱਚੀ ਟੀਮ ਅੱਜ ਵੀ ਲੋਹੀਆਂ ਦੇ ਵਿੱਚ ਦਵਾਈਆਂ ਵੰਡ ਰਹੀ ਹੈ, ਇਹ ਸਾਡਾ ਸਹਿਯੋਗ ਕਰ ਰਹੇ ਨੇ। ਪਹਿਲੇ ਦਿਨ ਤੋਂ ਵੀਰ ਨੇ ਫੋਨ ਕੀਤਾ ਸੀ ਵੀ ਸਾਡੇ ਪਿੰਡਾਂ ਵੱਲ ਵੀ ਗੇੜਾ ਮਾਰੋ, ਕਿਉਂਕਿ ਮੈਂ ਵੇਖਿਆ ਵੀ ਮੀਡੀਆ ਜਿੱਥੇ ਵੀ ਪਹੁੰਚਦਾ ਉੱਥੇ ਸੰਗਤ ਪਹੁੰਚ ਜਾਂਦੀ ਏ। ਸੁਲਤਾਨਪੁਰ ਦੀ ਧਰਤੀ 'ਤੇ ਉੱਥੇ ਲੋਕਾਂ ਦੇ ਹੱਥ ਖੜੇ ਕਰਾਤੇ ਲੋਹੀਆਂ ਵਾਲੀ ਸਾਈਡ 'ਤੇ, ਉਹ ਕਹਿੰਦੇ ਵੀ ਰਾਸ਼ਨ ਵਾਧੂ ਹੋ ਗਿਆ। ਉਦੋਂ ਬਾਅਦ ਧੀਰਾ ਘਰ ਵਾਲੇ ਕਹਿੰਦੇ ਵੀ ਸਾਡੇ ਇੱਥੇ ਕੋਈ ਨਹੀਂ ਆਇਆ। ਕੱਲ੍ਹ ਉੱਥੇ ਤੁਸੀਂ ਵੇਖਿਆ ਹੁਣ ਆਪਣੇ ਚੈਨਲ 'ਤੇ ਸਮਾਜ ਸੇਵੀਆਂ ਦੇ ਗਲ ਪੈ ਗਏ। ਗਲ ਬੰਦਾ ਉਦੋਂ ਪੈਂਦਾ ਜਾਂ ਭੁੱਖਾ ਪੈਂਦਾ ਜਾਂ ਰੱਜਿਆ ਪੈਂਦਾ। ਸੋ ਮੈਂ ਵੇਖਿਆ ਵੀ ਹੁਣ ਰੱਜ ਇੰਨੇ ਗਏ, ਗਲ ਪੈ ਗਏ, ਪਰ ਇੱਥੇ ਅਜੇ ਕੋਈ ਨਹੀਂ ਸੀ ਆਇਆ। ਸਾਰੇ ਇੱਥੇ ਜ਼ਿਮੀਂਦਾਰ ਨੇ, 5-5 7-7 ਕਿੱਲਿਆਂ ਵਾਲੇ, ਫਸਲਾਂ ਜਮਾਂ ਬਰਬਾਦ ਹੋ ਗਈਆਂ। ਵੀਰ ਨੇ ਬੇਨਤੀ ਕੀਤੀ ਸੀ ਵੀ ਸਾਡੇ ਪਿੰਡ ਆਓ, ਔਰ ਸੱਚਮੁੱਚ ਵੇਖਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੈ। ਉਦੋਂ ਜਗਜੀਤ ਵੀਰ ਜੀ, ਜੱਗਾ ਵੀਰ ਜੀ ਵੀ ਇੱਥੇ ਸਨ, ਇਹਨਾਂ ਨੇ ਵੀ ਦੱਸਿਆ ਵੀ ਨੁਕਸਾਨ ਬਹੁਤ ਜ਼ਿਆਦਾ ਹੈ। ਲੋਕਾਂ ਨੇ ਪੈਲੀਆਂ ਗਹਿਣੇ ਪੈ ਗਈਆਂ ਨੇ, ਲੋਕਾਂ ਨੇ ਆੜ੍ਹਤੀਆਂ ਤੋਂ ਪੈਸੇ ਚੱਕ ਕੇ 20-20 ਹਜ਼ਾਰ ਰੁਪਈਆ ਪਰ ਏਕੜ ਦਾ ਲਾਇਆ, ਪਰ ਅਜੇ ਵੇਖੋ ਕੋਈ ਨਾ ਸਰਕਾਰ ਵੱਲੋਂ। ਇਹ ਜਿਹੜੇ ਮੁਆਵਜ਼ੇ ਦੀ ਗੱਲ ਕੀਤੀ ਸੀ, ਜਿਹੜੀ ਸਰਕਾਰ ਕਹਿ ਰਹੀ ਵੀ ਅਸੀਂ ਹਰੇਕ ਥਾਂ ਪਿੰਡਾਂ ਦੇ ਵਿੱਚ ਕੈਂਪ ਖੋਲ੍ਹੇ ਨੇ, ਜਿਹਨੂੰ ਉਹਨੇ ਰਾਹਤ ਕੈਂਪ ਕਿਹਾ। ਕਹਿੰਦੇ ਵੀ ਪਸ਼ੂਆਂ ਦਾ ਚਾਰਾ ਵੀ ਉੱਥੇ ਆ, ਲੋਕਾਂ ਵਾਸਤੇ ਰਸਦਾਂ ਵੀ ਉੱਥੇ। ਤੁਹਾਡੇ ਇੱਥੇ ਪਿੰਡਾਂ 'ਚ ਕੋਈ ਰਾਹਤ ਕੈਂਪ ਨਹੀਂ ਖੁੱਲ੍ਹਿਆ? ਇਹ ਗੱਲ ਤੇ ਹਾਸੋ ਹੋਣੀ ਆ ਜੀ ਮੱਕੂ ਸਾਹਿਬ, ਕੋਈ ਕੈਂਪ ਨਹੀਂ ਆ, ਤੁਸੀਂ ਵੇਖ ਹੀ ਰਹਿ ਜੇ ਕੀ ਕਿੱਥੇ ਰਾਸ਼ਨ ਆਇਆ। ਕੱਲ੍ਹ ਇੱਕ ਮੈਨੂੰ ਵੀਰ ਮਿਲਿਆ ਉੱਥੇ, ਤੇ ਤੁਹਾਡਾ ਤਾਂ ਉਹਨਾਂ ਦਾ ਜ਼ਮੀਨ ਸਮਾਨ ਦਾ ਫਰਕ, ਕੋਈ ਪੱਤਰਕਾਰ ਹੀ ਜਿਹਨੂੰ ਵਿਕਾਊ ਮੀਡੀਆ ਕਹਿੰਦੇ ਉਹ ਸੀ, ਜਿਸ ਤਰ੍ਹਾਂ ਤੁਸੀਂ ਸੇਵਾ ਕਰਦੇ। ਕਹਿੰਦੇ DC ਸਾਹਿਬ ਨੂੰ ਲੈ ਕੇ ਨਾ ਤਾਂ ਅਸੀਂ ਘੜਕੇ ਗੁੱਜਰਪੁਰ ਮੁੰਡੇ ਪਿੰਡ ਬਹੁਤ ਰਾਸ਼ਨ ਵੰਡਿਆ, ਚਾਰ ਵੰਡਿਆ। ਮੈਂ ਕਾਹਤੇ? ਕਹਿੰਦੇ ਟਰੱਕ 'ਤੇ। ਮੈਂ ਕਿਹਾ ਕੋਈ ਵੀਡੀਓ ਹੈਗੀ ਤੇਰੇ ਕੋਲ? ਕੋਈ ਵੀਡੀਓ ਵਿਖਾ ਤੇਰੇ ਕੋਲ, ਕੀ ਆ, ਕਿੱਥੇ ਵੰਡਿਆ ਰਾਸ਼ਨ? ਮੈਂ ਪਿੰਡ ਦਾ ਨਾਂ ਲੈ, ਮੈਂ ਘੜਕੇ ਦਾ ਹੀ ਆ। ਨਹੀਂ ਕਹਿੰਦਾ ਭੁਲੇਖਾ ਪੈ ਗਿਆ, ਹੋਰ ਪਿੰਡਾਂ 'ਚ ਅਸੀਂ ਗਏ ਸੀ, ਸਿਰਫ ਤੇ ਸਿਰਫ ਮੂਰਖ ਬਣਾਉਣ ਦਾ ਆ। ਇੱਕ ਮੈਂ ਬੇਨਤੀ ਕਰਦਾ, ਸਾਡੇ ਵੀਰ ਬਲਵਿੰਦਰ ਸਿੰਘ ਢਿੱਲੋਂ, ਇਹਨਾਂ ਵੱਲੋਂ ਡੇਲੀ ਸੇਵਾ ਹੁੰਦੀ ਆ। ਇਹਨਾਂ ਨੇ ਅੱਜ ਫਿਰ 15,000 ਜਿਹੜਾ ਉਹ ਰਾਸ਼ਨ ਦੇ ਵਿੱਚ ਪਾਇਆ, ਚਾਰ ਦੇ ਵਿੱਚ ਪਾਇਆ। ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਇੱਕ ਜਿੱਦਾਂ ਤੁਸੀਂ ਮੀਡੀਆ ਵੱਲੋਂ ਸੇਵਾ ਵੀ ਕਰਦੇ ਜੇ, ਗੱਡੀਆਂ 'ਚ ਤੇਲ ਵੀ ਫੂਕਦੇ ਜੇ, ਹੈ ਨਾ, ਤੁਹਾਡੇ ਪਿੱਛੇ ਏਜੰਸੀਆਂ ਵੀ ਲੱਗੀਆਂ, ਤੁਹਾਨੂੰ ਦੇਣ ਦਾ ਖਤਰਾ ਵੀ ਆ, ਘਰੋਂ ਗਾਲਾਂ ਵੀ ਮਿਲਦੀਆਂ। ਅੱਜ ਫਿਰ ਤੁਸੀਂ ਸੇਵਾ ਕੀਤੀ ਆ ਚਾਰ ਦੀ। ਮਾਇਆ ਦਾ ਮੈਂ ਨਾਂ ਲੈਣਾ, ਤੁਸੀਂ ਵੱਧ ਤੋਂ ਵੱਧ ਸੇਵਾ ਕਰਦੇ ਜੇ। ਹਰਪਾਲ ਸਿੰਘ ਬਲੇਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਵੱਲੋਂ 10,000 ਰੁਪਇਆ ਪਾਇਆ ਗਿਆ। ਪੱਟੀ ਹਲਕੇ ਦੇ ਸਾਡੇ ਇੰਚਾਰਜ ਆ ਦਿਲਬਾਗ ਸਿੰਘ ਸੇਰੋਂ, 5,000 ਰੁਪਇਆ ਉਹਨਾਂ ਨੇ ਪਾਇਆ ਜੀ। ਠੀਕ ਆ ਜੀ, ਦਿਲੋਂ ਧੰਨਵਾਦ ਤੁਹਾਡਾ। ਇਹ ਤੁਸੀਂ ਕੋਈ, ਮੈਂ ਕਹਿੰਦਾ ਸੱਚੇ ਪਾਤਸ਼ਾਹ ਦੇ ਗਾੜੀ ਅਰਦਾਸ ਬੇਨਤੀ, ਮਹਾਰਾਜ ਤੁਹਾਡੇ ਵਰਗੇ ਬੰਦਿਆਂ ਦੀ ਕਦੋਂ ਸਰਕਾਰ ਆਊਗੀ ਜਿਹੜੀ ਦਿਨ ਰਾਤ ਪੰਥ ਦੀ ਗੱਲ ਕਰਦੇ ਆ। ਸਾਡੇ ਪੰਥ ਦਾ ਕੀ ਬਣੂਗਾ, ਸਾਡੇ ਸਿੱਖਾਂ ਦਾ ਕੀ ਬਣੂਗਾ? ਇਹ ਸਿਰਫ ਵਾਅਦੇ ਕਰਨ ਆਉਂਦੇ ਆ, ਹੋਰ ਕੋਈ ਨਹੀਂ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਵੀਰ ਜੀ ਵੇਖੋ, ਸਾਡੇ ਗੁਰੂ ਨੇ ਕਿਹਾ ਵੀ ਦਸ਼ਵੰਧ ਕੱਢਣਾ ਆਪਣੀ ਸੱਚੀ ਸੁੱਚੀ ਕਿਰ ਦੇ ਵਿੱਚੋਂ। ਔਰ ਜਿਵੇਂ ਅੱਜ ਵੀਰ ਨੇ ਕਿਹਾ ਵੀ ਸਭ ਨੇ ਆਪਣਾ ਦਸ਼ਵੰਧ ਕੱਢਿਆ, ਵੀਰ ਨੇ ਆਪਣਾ ਕੱਢਿਆ, ਸੀ ਆਪਣਾ ਕੱਢਿਆ, ਇਹਨਾਂ ਆਪਣਾ ਕੱਢਿਆ, ਬਲੇਰ ਸਾਹਿਬ ਦਾ ਜਿੰਨਾ ਵੀ ਕੱਢਿਆ। ਅੱਜ ਵੇਖੋ ਕੋਈ 50,000 ਦਾ ਰਾਸ਼ਨ, ਕੋਈ 60,000 ਦਾ ਰਾਸ਼ਨ ਤੁਹਾਡੇ ਇੱਥੇ ਵੀਰਾਂ ਕੋਲ, ਲੋੜਵੰਦ ਵੀਰਾਂ ਕੋਲ ਪਹੁੰਚਿਆ, ਤੇ ਕੀ ਕਹੋਗੇ ਅੱਜ? ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਰਪਾਲ ਵੀਰ ਜੀ, ਤੁਹਾਡੇ ਚੈਨਲ ਦਾ। ਤੇ ਬਹੁਤ ਵੀ ਚੰਗੀ ਹੱਕ ਦੀ, ਸੱਚ ਦੀ ਖਬਰ ਆ ਜਿਹੜੀ ਤੁਸੀਂ ਲੋਕਾਂ ਦੇ ਨਾਲ ਖਲੋਂਦੇ। ਮੈਂ ਤਾਂ ਤੁਹਾਡਾ ਵੀ ਇੱਕ ਮੈਂ ਤਾਂ ਆਪਣਾ ਪ੍ਰੇਮ ਪਿਆਰ ਵੀ ਤੁਹਾਡੇ ਨਾਲ ਬਹੁਤ ਜ਼ਿਆਦਾ, ਮੈਂ ਤਾਂ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ। ਨਹੀਂ ਸਰਕਾਰਾਂ ਦੇ ਵੇਖੋ, ਸਰਕਾਰਾਂ ਦੀ ਵੀ ਉਦੋਂ ਦੇ ਵੇਖੋ ਮੈਦਾਨ ਦੇ ਵਿੱਚੋਂ ਵੇਖੋ ਸੇਵਾ ਦੀਆਂ ਬੜੀਆਂ ਕਿਸਮਾਂ ਜੀ। ਕੋਈ ਤਨ ਕਰਕੇ ਕਰ ਰਿਹਾ, ਕੋਈ ਮਨ ਕਰਕੇ ਕਰ ਰਿਹਾ, ਕੋਈ ਧਨ ਕਰਕੇ ਕਰ ਰਿਹਾ। ਵੀਰ ਨੇ ਧਨ ਕਰਕੇ ਵੀ ਕੀਤੀ, ਪਰ ਮਨ ਔਰ ਤਨ ਕਰਕੇ ਰੋਜ਼ ਮਰਾ। ਜਿੱਥੇ ਵੀ ਵੇਖੋ ਸਮਾਂ ਕੱਢਣਾ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਹੁਣ ਵੀਰ ਟਰਾਲਾ ਲੈ ਕੇ ਅੱਜ ਜੀਰੇ ਤੋਂ ਅੱਗੇ ਹੀ ਸ਼ੂਸ਼ਕ ਪਿੰਡ ਤੋਂ ਲੈ ਕੇ ਆਏ ਆ।
ਇਹ ਵੀਰ ਮੇਰੇ ਕੋਲ 6-7 ਵਜੇ ਪਹੁੰਚ ਜਾਂਦੇ ਨੇ। ਘਰੋਂ ਕਿੰਨੇ ਵਜੇ ਚੱਲੇ ਹੋਣਗੇ? ਲਗਭਗ 4-5 ਵਜੇ। ਉੱਠੇ ਕਿੰਨੇ ਵਜੇ ਹੋਣਗੇ? ਲਗਭਗ 2:30-3 ਵਜੇ ਉੱਠ ਕੇ ਚੱਲੇ ਨੇ। ਉੱਥੇ ਅਸੀਂ 11-12 ਵਜੇ ਅਸੀਂ ਆਪਣਾ ਟਰਾਲਾ ਲੋਡ ਕੀਤਾ। ਉੱਥੋਂ ਫਿਰ ਇੱਥੇ ਚੱਲੇ ਆ, ਅਤੇ ਮੈਨੂੰ ਲੱਗਦਾ ਵੀ ਆਖੋ ਹੁਣ 4:45 ਹੋ ਗਏ ਨੇ। 5 ਵਜੇ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ। ਹੁਣ ਅਸੀਂ ਲੋੜਵੰਦ ਵੀਰਾਂ ਤੱਕ ਹੀ ਰਾਸ਼ਨ ਪਹੁੰਚਦਾ ਕੀਤਾ। ਸੇਵਾ ਦੀਆਂ ਬੜੀਆਂ ਕਿਸਮਾਂ ਨੇ, ਔਰ ਵੀਰ ਵੇਖੋ ਆਪਣੀ ਜਿੰਦ ਜਾਨ ਲਾ ਰਿਹਾ ਨਾਲ ਸੰਗਤ ਦੇ। ਅੱਜ ਬਿਪਤਾ ਪਈ ਤੇ ਹਰੇਕ ਦਾ ਫਰਜ਼ ਬਣਦਾ ਹੈ। ਅੱਜ ਸਰਕਾਰਾਂ ਵਾਲੇ ਕੰਮ ਇਹ ਨੌਜਵਾਨ ਕਰ ਰਹੇ ਨੇ। ਸੋ ਅੱਜ ਸਰਕਾਰਾਂ ਦਾ ਫਰਜ਼ ਬਣਦਾ ਹੈ ਵੀ ਜਿਨ੍ਹਾਂ ਤੋਂ ਤੁਸੀਂ ਰੋਜ਼ਮਰਾ ਟੈਕਸ ਲੈ ਰਹੇ ਹੋ, ਅੱਜ ਉਹਨਾਂ ਦੀ ਵਾਪਸੀ ਕਰਨ ਦਾ। ਪਰ ਹਾਸੋਹੀਣੇ ਬਿਆਨ ਜੇ ਜਦੋਂ ਆਉਂਦੇ ਨੇ, ਦੁੱਖ ਹੁੰਦਾ ਵੀ 6000 ਦੇ ਦਿਆਂਗੇ। ਜਦੋਂ ਇਹੋ ਜਿਹੇ ਬਿਆਨ ਆਉਂਦੇ ਵੀ ਕੁਕੜੀ ਮਰੀ ਦਾ ਵੀ ਦੇ ਦਿਆਂਗੇ, ਚੂਚਿਆਂ ਮਰਿਆਂ ਦਾ ਵੀ ਦੇ ਦਿਆਂਗੇ, ਭੇਡਾਂ ਬੱਕਰੀਆਂ ਦਾ ਮੁਆਵਜ਼ਾ ਵੀ ਦੇ ਦਿਆਂਗੇ। ਸੋ ਹੱਥ ਬੰਨ੍ਹ ਕੇ ਬੇਨਤੀ, ਕੁਕੜੀਆਂ ਬੱਕਰੀਆਂ ਦਾ ਜਰ ਲੈਣਗੇ, ਇਹਨਾਂ ਨੂੰ ਇਹਦੀਆਂ ਫਸਲਾਂ ਦਾ ਦੇ ਦਿਓ। ਪਿੱਛੇ ਵੀ ਫਸਲਾਂ ਬੜੀਆਂ ਖਰਾਬ ਹੋਈਆਂ ਵੀਰ ਜੀ, ਪਿਛਲੀਆਂ ਫਸਲਾਂ ਦਾ ਮਿਲ ਗਿਆ ਮੁਆਵਜ਼ਾ? ਨਹੀਂ ਵੀਰ ਜੀ, ਕੋਈ ਨਹੀਂ ਅਜੇ ਤੱਕ ਜੀ। ਕਹੀ ਜਾਂਦੇ ਆ 6000 ਹੁਣ ਵੀ ਗੱਲ ਹੋ ਗਈ ਹੈ। ਹਾਂਜੀ 6 ਅਜੇ ਤੱਕ ਵੀਰ ਜੀ ਪਿੰਡ 'ਚ ਰਾਸ਼ਨ ਪਹੁੰਚਿਆ ਹੋਵੇ? ਕੁਝ ਨਹੀਂ ਵੀਰ ਜੀ ਪਿੰਡ ਦੇ ਵਿੱਚ ਕੋਈ ਰਾਹਤ ਕੈਂਪ ਖੁੱਲ੍ਹਿਆ ਹੋਵੇ? ਅਜੇ ਤੱਕ ਤੇ ਵੀਰ ਜੀ ਕੋਈ ਨਹੀਂ। ਜੇ ਤੁਸੀਂ ਨਾ ਜੀ ਇੰਨਾ ਕੁ ਸਾਡਾ ਸਾਥ ਦਿੰਦੇ ਤੇ ਆਹ ਤੁਸੀਂ ਵੇਖ ਹੀ ਲੈਣਾ ਕੀ ਹਾਲ ਸੀ ਸਾਡੇ ਗਰੀਬਾਂ ਲੋਕਾਂ ਦਾ। ਡੰਗਰਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ। ਤੁਹਾਡੇ ਸੰਯੋਗ ਨਾਲ ਜੀ ਆਹ 2 ਵਾਰਾਂ ਤੁਸੀਂ ਜੋ ਰਾਸ਼ਨ ਵੰਡਿਆ, ਮਾੜੀ ਮੋਟੀ ਇਹਨਾਂ ਗਰੀਬਾਂ ਨੂੰ ਰਾਹਤ ਮਿਲੀ ਆ। ਸੰਗਤ ਦੇ ਸਹਿਯੋਗ ਨਾਲ ਵੇਖੋ ਜੀ, ਇਹ ਗੁਰੂ ਦੀ ਕਲਾ ਵਰਤਦੀ ਹੈ। ਅਸੀਂ ਕੌਣ ਹੁਣੇ ਵਰਤਾਰੇ ਨੇ, ਇਹ ਗੁਰੂ ਕਲਾ ਵਰਤਾਉਂਦਾ ਹੈ। ਵੇਖੋ ਇਹ ਅਕਾਲ ਏਡ ਦਾ ਸਹਿਯੋਗ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਕਰ ਰਹੀਆਂ। ਜਦੋਂ ਅਸੀਂ ਵੇਖਦੇ ਵੀ ਦੇਸ਼ਾਂ ਵਿਦੇਸ਼ਾਂ ਵਾਲੇ ਆਪਣਾ ਦਸ਼ਵੰਧ ਭੇਜਦੇ ਨੇ, ਜੇ ਕਿਤੇ ਮੰਨ ਲਓ ਕੋਈ ਜ਼ਿਆਦਾ ਲੋੜ ਪੈ ਜਾਂਦੀ ਹੈ ਤੇ ਜੇ ਉਹ ਵੈਸੇ ਤੇ ਉਹਨਾਂ ਦਾ ਦਸ਼ਵੰਧ ਵੀ ਆਇਆ, ਪਰ ਕਈ ਵਾਰ ਆ ਵੀ ਚਿੱਤ ਕਰਦਾ ਵੀ ਨਹੀਂ, ਜਿੱਥੇ ਅਸੀਂ ਤਨ ਤੇ ਮਨ ਨਾਲ ਸੇਵਾ ਕਰਨੀ, ਉੱਥੇ ਜੇ ਗੁਰੂ ਨੇ ਸਾਨੂੰ ਧਨ ਦਿੱਤਾ ਤੇ ਆਪਣਾ ਦਸ਼ਵੰਧ ਕੱਢ ਕੇ, ਪਹਿਲੇ ਦਿਨ ਤੋਂ ਵੀਰ ਵੀ ਆਪਣਾ ਦਸ਼ਵੰਧ ਕੱਢ ਰਹੇ ਨੇ। ਸੋ ਇਹ ਵੀਰ ਨੇ ਲੋੜਵੰਦ। ਹਾਂਜੀ ਵੀਰ ਜੀ, ਤੁਹਾਡੀਆਂ ਫਸਲਾਂ ਬਾਬਾ ਜੀ ਨੇ ਦੱਸਿਆ ਵੀ ਮੰਡ ਦੇ ਵਿੱਚ ਰੁੜ ਗਈਆਂ। ਪਹਿਲਾਂ ਵੀ 1-2 ਫਸਲਾਂ ਤੁਹਾਡੀਆਂ ਬਰਬਾਦ ਹੋ ਗਈਆਂ। ਪਸ਼ੂਆਂ ਦਾ ਬੜਾ ਔਖਾ ਸੀ। ਅੱਜ ਤੁਹਾਡੀ ਸੇਵਾ ਦੇ ਵਿੱਚ ਅੱਜ ਅਚਾਰ ਆਇਆ, ਲਗਭਗ ਕੁਆਂਟਲ ਤੋਂ ਉੱਪਰ ਦੀ ਗਾਠੇ। ਕੀ ਕਹੋਗੇ ਅੱਜ? ਬਹੁਤ ਬਹੁਤ ਧੰਨਵਾਦ ਜੀ ਕਾਲ ਚੈਨਲ ਦਾ, ਜਿਨ੍ਹਾਂ ਨੇ ਇਸ ਚੀਜ਼ ਦੀ ਲੋੜ ਸੀ ਤੁਹਾਨੂੰ? ਬਹੁਤ ਲੋੜ ਆ ਜੀ। ਪਹਿਲੋਂ ਤੁਸੀਂ ਆਵਾਜ਼ ਪਹੁੰਚਾਈ ਸਾਡੀ। ਤੂੜੀ ਆ ਗਈ, ਚੋਕਰ ਆ ਗਿਆ, ਰਾਸ਼ਨ ਆ ਗਿਆ। ਬਹੁਤ ਬਹੁਤ ਵੱਡੇ ਧੰਨਵਾਦ ਆ ਜੀ। ਤੇ ਅੱਜ ਇਹ ਆਇਆ। ਹੋਰ ਇਸੇ ਚੀਜ਼ ਦੀ ਜ਼ਿਆਦਾ ਲੋੜ ਕਿਹੜੀ ਚੀਜ਼? ਅੱਜ ਵੀ ਜੀ ਪਹਿਲੀ ਗੱਲ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਜਦੋਂ ਅਸੀਂ ਟਰੈਕਟਰ ਜਾ ਕੇ ਡੱਕਿਆ ਵਾ, ਤੁਹਾਡੀ ਗੱਡੀ ਆ ਗਈ ਉੱਥੇ। ਪਹਿਲੋਂ ਪੈਸੇ ਸਾਨੂੰ ਤੇਲ ਦੇ ਕੱਢ ਕੇ ਦਿੱਤੇ ਆ। ਪਹਿਲਾ ਧੰਨਵਾਦ ਜਿਹੜਾ ਉੱਥੇ ਡੀਜ਼ਲ ਪਵਾਤਾ ਟਰੈਕਟਰ ਦੇ ਵਿੱਚ। ਬਹੁਤ ਵੱਡੀ ਗੱਲ ਆ ਜੀ। ਵੀਰ ਇਹ ਉਹ ਵੀਰ ਨੇ ਵੀ ਇਹੋ ਜਿਹੇ ਹੋਣ। ਸੋ ਵੀਰ ਜਿਹੜੇ ਸੀ ਟਰੈਕਟਰ ਟਰਾਲੀ ਲੈ ਗਏ, ਇਹਨਾਂ ਦੀ ਮੈਂ ਗੱਲ ਕਰ ਰਿਹਾ ਵੀ ਜਿਹੜੇ 2:30-3 ਵਜੇ ਉੱਠੇ ਹੋਣਗੇ ਤੇ 2 ਘੰਟੇ ਦਾ ਸਫ਼ਰ ਤੈਅ ਕਰਕੇ ਵੀ 7 ਵਜੇ ਜਿਹੜੇ ਨੇ ਇਹ ਜੀਰੇ ਪਹੁੰਚ ਗਏ ਸਨ। ਸੋ ਸਾਨੂੰ ਅੱਗੋਂ ਕਵੇਲਾ ਹੋ ਗਿਆ, ਉਹਨਾਂ ਕੋਲ ਮਸ਼ੀਨ ਦਾ ਪ੍ਰਬੰਧ ਨਹੀਂ ਸੀ ਜਿਹੜੀਆਂ ਗੱਠਾਂ ਚੱਕ ਕੇ ਵਿੱਚ ਲਾਦੀ ਸੀ। ਸੋ ਵੀਰਾਂ ਨੇ ਆਪਣੇ ਹੱਥੀਂ ਅੱਜ ਸੇਵਾ ਕੀਤੀ ਏ। ਇਹਨਾਂ ਸੇਵਾ ਲੋਕੀ ਕਹਿ ਦਿੰਦੇ ਨੰਬਰ ਬਣਾਉਂਦੇ ਨੇ, ਕਿੰਨਾ ਕੁ ਸੌਖਾ ਕੰਮ ਹੈ। ਤੁਸੀਂ ਦੱਸੋ, ਅੱਜ ਤੁਸੀਂ ਸਵੇਰ ਦੇ ਚੱਲੇ ਹੋ, ਰਾਤ ਸਾਨੂੰ ਜਾਪਦਾ 9 ਵੱਜ ਜਾਂਦੇ 10 ਵੱਜ ਜਾਂਦੇ ਘਰ ਪਹੁੰਚ ਜਾਣੂ, ਤੇ ਤੁਸੀਂ ਦੱਸੋ ਸਵੇਰੇ ਕਿੰਨੇ ਵਜੇ ਨਿਕਲੇ ਆ ਤੇ ਮਤਲਬ ਸੇਵਾ ਕਰਨੀ। ਜਿਹੜੇ ਲੋਕ ਇਹਦੇ ਕਮੈਂਟ ਕਰਦੇ ਨੇ, ਇਹ ਨੰਬਰ ਬਣਾਉਂਦੇ ਨੇ। ਵੀਰ ਜੀ ਅਸੀਂ 3 ਵਜੇ ਉੱਠੇ ਆ। 4 ਵਜੇ ਸਤਨਾਮ ਸਿੰਘ ਨੂੰ ਫੋਨ ਲਾਇਆ ਤੇ ਸਤਨਾਮ ਸਿੰਘ ਨੇ ਅੱਗੇ ਫੋਨ ਦੀ ਵੇਟ ਕਰਦਾ ਸੀ। ਲਾਉਂਦੇ ਹੱਸ ਇਹਨਾਂ ਫੋਨ ਚੁੱਕਿਆ। ਇਹਨਾਂ ਵੀ ਜੀ ਤੁਰੋ ਤੁਸੀਂ, ਅਸੀਂ ਉੱਥੇ ਆ ਜਾਂਦੇ ਆ। ਤੇ ਜਦੋਂ ਮੁੜ ਕੇ ਅਸੀਂ ਗਏ ਆ, ਉੱਥੇ ਜਾ ਗੱਡੀ ਡੱਕੀ ਆ, ਟਰੈਕਟਰ ਡੱਕਿਆ, ਮਗਰ ਤੁਹਾਡੀ ਗੱਡੀ ਆ ਗਈ। ਵੱਡਾ ਧੰਨਵਾਦ ਵੀਰ ਜੀ ਦਾ, ਜਿਹਨਾਂ ਉਦੋਂ ਪੈਸੇ ਕੱਢ ਕੇ ਤੇਲ ਪਾਉਂਦਾ ਟਰੈਕਟਰ 'ਚ। ਸਮਾਜ ਸੇਵੀ ਬਹੁਤ ਵਾ, ਪਰ ਜਿਹੜੀ ਆਪਣਾ ਚੈਨਲ ਦੀ ਸਮਾਜ ਸੇਵਾ ਕਰਨਾ, ਬਹੁਤ ਬਹੁਤ ਧੰਨਵਾਦ। 5 ਵਜੇ ਦੇ ਤੁਸੀਂ ਚੱਲੇ ਹੋ? ਹਾਂਜੀ। ਤੇ 5 ਵੱਜ ਗਏ ਨੇ ਸ਼ਾਮ ਦੇ। 5 ਵੱਜ ਗਏ ਜੀ। 12 ਘੰਟੇ ਤੁਸੀਂ ਮਤਲਬ ਬੈਠੇ ਤੇ ਨਹੀਂ 1 ਮਿੰਟ ਵੀ? ਨਾ ਜੀ, ਨਾ ਨਾ ਨਾ। ਜਿਹੜੇ ਕਹਿੰਦੇ ਨੇ ਮਤਲਬ ਇਹ ਬੜਾ ਸੌਖਾ ਕੰਮ ਹੈ ਜੀ, ਫੋਟੋਆਂ ਖਿਚਾਉਣ ਡਏ ਨੇ। ਆ ਹੁਣ ਕੁਆਂਟਲ ਦੀ ਗੱਠ ਲੱਦਣੀ ਤੇ ਲਾਉਣੀ ਕਿੱਡੀ ਔਖੀ। ਤੁਸੀਂ ਉੱਥੇ ਲੱਦੀਆਂ ਵੀ ਨਹੀਂ ਤੇ ਹੁਣ ਆਪਾਂ ਲਾਉਣ ਵੀ ਡਏ ਆ। ਵੀਰ ਜੀ ਉਹ ਜਦੋਂ ਅੱਧੀਆਂ ਲੱਦੀਆਂ ਨਾ, ਮੁੜ ਕੇ ਕਹਿੰਦੇ ਅਸੀਂ ਲੱਦ ਨਹੀਂ ਸਕਦੇ। ਮੁੜ ਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਲੱਦੀ ਗਏ ਆ। ਅਜੇ ਮਸ਼ੀਨ ਸੀ ਨਾਲ, ਤੇ ਜੇ ਆਪਾਂ ਨੂੰ ਚੁੱਕ ਕੇ ਵਿੱਚ ਰੱਖਣੀਆਂ ਪੈਂਦੀਆਂ। ਨਹੀਂ ਵੀਰ ਜੀ, ਲੱਦੀਆਂ ਨਹੀਂ। ਤੇ ਕੀ ਕਹਿਣਾ ਚਾਹੁੰਦੇ ਸਾਡੇ ਸਮਾਜ ਸੇਵੀਆਂ ਨੂੰ ਜਿਨ੍ਹਾਂ ਨੇ ਇਹ ਮਤਲਬ ਸੇਵਾ, ਅੱਜ ਦੀ ਸੇਵਾ ਲੁੱਟੀ ਹੈ? ਬਹੁਤ ਬਹੁਤ ਧੰਨਵਾਦ ਕਰਦੇ ਆ ਸਮਾਜ ਸੇਵੀ ਵੀਰਾਂ ਦਾ। ਕਾਲ ਚੈਨਲ ਦਾ ਬਹੁਤ ਵੱਡਾ ਧੰਨਵਾਦ, ਜਿਨ੍ਹਾਂ ਦੂਰ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾਈ ਜੀ। ਤੇ ਬਹੁਤ ਬਹੁਤ ਧੰਨਵਾਦ ਵੀਰ ਜੀ। ਸੋ ਪਿੰਡਾਂ ਦੇ ਵਿੱਚ ਆਪਾਂ ਵੀਰਾਂ ਨਾਲ ਹੋਰ ਵੀ ਗੱਲ ਕਰਦੇ ਵੀ ਕਿਹੜੀਆਂ ਸਮੱਸਿਆਵਾਂ ਨੇ, ਇਹ ਸਮੱਸਿਆਵਾਂ ਦਾ ਹੱਲ ਕਿਵੇਂ ਹੋਏਗਾ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਇੱਕ ਇੱਥੋਂ ਗੋਇੰਦਵਾਲ ਸਾਹਿਬ ਤੋਂ 2 ਫਾਂਟਾਂ ਹੋ ਜਾਂਦੀਆਂ, ਬਿਆਸ ਦੇ 2 ਰਾਹ ਬਣ ਜਾਂਦੇ ਨੇ। ਜਿਹੜੀ ਇੱਕ ਫਾਂਟ ਪਰਾਂ ਚਲੀ ਜਾਂਦੀ ਏ, ਆਹ ਜਿਹੜੀ ਫਾਂਟ ਇਹ ਤੁਹਾਡੀਆਂ ਜ਼ਮੀਨਾਂ, ਮਾਲਕੀ ਜ਼ਮੀਨਾਂ ਬਰਬਾਦ ਕਰ ਦਿੰਦੀ ਏ। ਕੋਈ ਸਰਕਾਰ ਅੱਗੇ ਤੁਸੀਂ ਪੱਖ ਰੱਖਿਆ ਨਹੀਂ ਅਜੇ ਤਾਈਂ? ਹਾਂਜੀ, ਸਭ ਤੋਂ ਪਹਿਲਾਂ ਜੀ ਅਕਾਲ ਚੈਨਲ ਦਾ ਜੀ ਧੰਨਵਾਦ।
ਜਿਹੜੇ ਵੀਰ ਸਾਡੇ ਤੱਕ ਉਦੋਂ ਦੇ ਹੀ ਜਿੱਦਣ ਦਾ ਪਾਣੀ ਜਿਹੜਾ ਆਇਆ ਤੇ ਤਕਰੀਬਨ 40 ਦਿਨ ਤੋਂ ਹੀ ਸਾਡੇ ਨਾਲ ਜਿਹੜੇ ਖਲੋਤੇ ਸਾਡੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚਾਉਣ ਦੇ। ਬਾਕੀ ਜਿਹੜਾ ਇਹ ਏਰੀਆ ਜੀ ਕੁਝ ਲੱਗਦਾ ਕਪੂਰਥਲੇ ਦਾ ਜੀ, ਕੁਝ ਲੱਗਦਾ ਤਰਨਤਾਰਨ ਦਾ। ਓਕੇ। ਗੋਇੰਦਵਾਲ ਸਾਹਿਬ ਤੋਂ ਧੁੰਦੇ ਤੋਂ ਜਿਹੜੇ ਦੋ ਫਾੜ ਦਰਿਆ ਜਾਂਦੇ ਆ ਜੀ, ਇੱਕ ਬਣ ਜਾਂਦਾ ਟਾਪੂ ਨੂਮਾ ਦਰਿਆ ਜਿਹੜਾ ਇੱਕ ਪੰਟੂਨ ਬ੍ਰਿਜ ਨਾਲ ਜੋੜਦਾ ਤਰਨਤਾਰਨ ਨੂੰ ਕਪੂਰਥਲੇ ਨਾਲ, ਇੱਕ ਕੰਕਰੀਟ ਬ੍ਰਿਜ ਆ ਜਿਹੜਾ ਸੁਲਤਾਨਪੁਰ ਨੂੰ ਜੋੜਦਾ ਉਹਦੇ ਨਾਲ। ਇੱਥੋਂ ਦੋ ਦਰਿਆ ਹੋ ਜਾਂਦੇ ਆ, ਕੁਝ ਮਾਲਕੀ ਜ਼ਮੀਨ ਆ, ਬਹੁਤ ਜ਼ਿਆਦਾ ਮਾਲਕੀ ਜ਼ਮੀਨ ਆ, ਕੁਝ ਪਾਕਿਸਤਾਨੀ ਜ਼ਮੀਨ ਸੈਂਟਰ ਦੀ ਜ਼ਮੀਨ ਆ। ਹੁਣ ਚਲੋ ਸੈਂਟਰ ਵਾਲੀ ਥਾਣੀ ਤੇ ਸਰਕਾਰ ਚਲੋ ਇਹ ਆ ਵੀ ਗੌਰਮੈਂਟ ਦੀ ਆ, ਪਾਣੀ ਨਿਗਾਹ ਸਕਦੀ ਆ। ਪਹਿਲੀ ਤਾਂ ਗੱਲ ਸਰਕਾਰ ਨੇ ਗਰਦੌਰੀਆਂ ਕੀਤੀਆਂ ਉਹਨਾਂ ਦੀਆਂ, ਆਬਾਦਕਾਰਾ ਬਣਾਏ ਆ, ਲੋਕ ਆਬਾਦਕਾਰ ਬਣਾਏ ਵੀ ਤੁਸੀਂ ਇਹਨਾਂ ਨੂੰ ਵਾਹੋ, ਤੁਹਾਨੂੰ ਮਾਲਕੀ ਹੱਕ ਦਿੱਤਾ ਜਾਊਗਾ। ਆਪਣੀਆਂ ਮਾਲਕੀ ਜ਼ਮੀਨਾਂ ਥਾਣੀ ਲੋਕਾਂ ਦੇ ਥਾਣੀ ਜਿਹੜਾ ਪਾਣੀ ਲੰਘਦਾ ਮਾਲਕੀ ਜ਼ਮੀਨਾਂ ਥਾਣੀ। ਮੇਰੀ ਜ਼ਮੀਨ ਵਾ ਇੱਕ 4 ਏਕੜ ਜ਼ਮੀਨ ਆ, ਜਿਸ ਵਿੱਚ 13 ਸਾਲਾਂ ਦੇ ਵਿੱਚ ਇੱਕ ਫਸਲ ਹੋਈ। 13 ਸਾਲਾਂ 'ਚ ਇੱਕ ਫਸਲ ਹੋਈ ਮਾਲਕੀ ਜ਼ਮੀਨ ਦੇ ਵਿੱਚ? ਇੱਕ ਫਸਲ ਹੋਈ ਕਣਕ ਦੀ। ਮੈਂ ਆਪਣੀ ਜ਼ਿੰਦਗੀ 'ਚ 2 ਫਸਲਾਂ ਵੇਖੀਆਂ ਕਣਕਾਂ, ਇੱਕ ਸੜ ਗਈ, ਇੱਕ ਜਿਹੜੀ ਵੱਡੀ ਬਸ 13 ਸਾਲ ਦੇ ਵਿੱਚ। ਉਹ ਵੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਥੱਲੇ ਮਾਲਕੀ ਜ਼ਮੀਨ ਆ। ਤੇ ਇਹ ਹਾਲਾਤ ਜੇ ਕਿਸੇ ਦੀ ਮਾਝੇ ਜ਼ਮੀਨ 5 ਏਕੜ ਆ ਨਾ, ਉਹ ਆਪਣੇ ਆਪ ਨੂੰ ਸ਼ਾਹੂਕਾਰ ਘਮਾਉਂਦਾ। ਇੱਥੇ ਮੈਂ 20 ਕਿੱਲਿਆਂ ਵਾਲੇ ਵਿਚਾਰੇ ਲੋਕਾਂ ਦੀਆਂ ਵੱਟਾਂ ਤੇ ਘਾਹ ਵੱਢਦੇ ਵੇਖੇ। ਇਹ ਤਰਾਸਦੀ ਇਹਨਾਂ ਲੋਕਾਂ ਦੀ ਵਿਚਾਰਿਆਂ ਦੀ। ਹੁਣ ਇਹ ਵਿਚਾਰੇ ਜਿਹੜੇ ਧੰਨਵਾਦ ਕਸੂਰ ਤੇ ਤੁਹਾਡਾ ਕਿ ਸਰਕਾਰਾਂ ਦਾ। ਵੇਖੋ ਸਾਡੀਆਂ ਮਾਲਕੀ ਜ਼ਮੀਨਾਂ ਨੇ, ਪਰ ਸਾਨੂੰ ਦਰਸ਼ਕੋ ਕਹਿਣ ਲਈ ਮਜਬੂਰ ਕਰਦਾ ਸਾਡੀ ਦਰਿਆ ਵਾਲੀ ਜ਼ਮੀਨ ਹੈ। ਹਾਲਾਂਕਿ ਦਰਿਆ ਦਾ ਵਹਿਣ ਇਹਨੂੰ ਹੋਇਆ ਸਾਡੀਆਂ ਮਾਲਕੀ ਜ਼ਮੀਨਾਂ ਨੇ। ਅਸੀਂ ਸਰਕਾਰਾਂ ਅੱਗੇ ਸਾਡਾ ਸਵਾਲ ਹੈ ਵੀ ਦਰਿਆ ਦੀਆਂ ਜ਼ਮੀਨਾਂ ਕਿੱਥੇ ਨੇ? ਦਰਿਆ ਦੀ ਜ਼ਮੀਨ ਵੇਖੋ ਜੀ, ਜਿਹੜੀ ਸਰਕਾਰ ਐਕਵਾਇਰ ਕਰੇ। ਬਿਲਕੁਲ ਸਰਕਾਰ ਸਾਡੀਆਂ ਮਾਲਕੀ। ਹੁਣ ਰੋਡ ਚੋੜੇ ਹੁੰਦੇ ਨੇ, ਲੋਕਾਂ ਦੀਆਂ ਜ਼ਮੀਨਾਂ ਰਿਕਵਾਇਰ ਕੀਤੀਆਂ ਜਾਂਦੀਆਂ, ਉਹਨਾਂ ਨੂੰ ਬਣਦਾ ਹੱਕ ਦੇ ਕੇ ਤੇ ਉਹ ਰੋਡ ਦੇ ਨਾਂ ਕੀਤੀ ਜਾਂਦੀ ਜ਼ਮੀਨ। ਜੇ ਦਰਿਆਵਾਂ ਦੀ ਜ਼ਮੀਨ ਅੱਜ ਨਹੀਂ ਤੇ ਆਏ ਸਾਲ ਆਪਾਂ ਉਹਨਾਂ ਨੂੰ ਮੁਆਵਜ਼ਾ ਦਿੰਦੇ ਆ, ਉਹਨਾਂ ਦਾ ਨੁਕਸਾਨ ਹੁੰਦਾ ਹੈ, ਉਹਨਾਂ ਦੀਆਂ ਜ਼ਮੀਨਾਂ ਮੁੱਲ ਖਰੀਦੀਆਂ ਜਾ ਸਕਦੀਆਂ, ਉਹਨਾਂ ਨੂੰ ਆਪਾਂ ਦਰਿਆ ਦਾ ਰੂਪ ਦਿੱਤਾ ਜਾ ਸਕਦਾ। ਇਹਨਾਂ ਨਾਲ ਹੜ੍ਹਾਂ ਨੂੰ ਰੋਕਿਆ ਜਾ ਸਕਦਾ, ਕਿਉਂਕਿ ਉਹਨਾਂ ਨੂੰ ਕੋਈ ਨਹਿਰ ਦਾ ਰੂਪ ਦੇ ਕੇ ਉਹਨਾਂ ਨੂੰ ਵੱਧ ਤੋਂ ਵੱਧ ਜ਼ਮੀਨ ਰਿਕਵਾਇਰ ਕਰਕੇ ਉਹਦਾ ਪੱਕਾ ਬੰਨ ਪੱਥਰ ਲਾ ਕੇ ਇਸ ਨੂੰ ਜਿਹੜਾ ਸਹੀ ਤਰੀਕੇ ਨਾਲ ਨਿਗਾਇਆ ਜਾਵੇ। ਬਿਲਕੁਲ ਵੀਰ ਸਤਨਾਮ ਸਿੰਘ ਜੀ, ਆਪਾਂ ਗੱਲ ਚੱਲ ਰਹੀ ਏ ਵੀ ਜਿਵੇਂ ਵੀਰ ਨੇ ਗੱਲ ਕੀਤੀ ਏ ਵੀ ਸਰਕਾਰ ਕੁਝ ਕਰੇ ਜਾਂ ਤੇ ਉਹਨੂੰ ਡੂੰਘਾ ਕਰਕੇ ਸਾਡੀਆਂ ਮਾਲਕੀ ਜ਼ਮੀਨਾਂ ਬੈ ਖਰੀਦੇ ਤੇ ਉਹਨੂੰ ਦਰਿਆ ਨਹਿਰ ਦਾ ਰੂਪ ਦਿੱਤਾ ਜਾ ਸਕਦਾ। ਤੇ ਨਹੀਂ ਤੇ ਵੇਖੋ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੋ ਵੀ ਜਿਹਦੇ ਕੋਲ 20 ਕਿੱਲੇ ਨੇ ਵੀ ਉਹ ਕਨਾਲਾਂ ਦੀ ਕਾਟ ਲਾਈ ਜਾਵੇ, ਤੇ ਕਿਵੇਂ ਮਤਲਬ ਤੁਸੀਂ ਉਹ ਗੱਲ ਕਰ ਰਹੇ ਸੋ? ਜੇ ਵੱਡੇ ਫਲਾਈਓਵਰ ਬਣ ਸਕਦੇ ਆ, ਰੋਡ ਨਿਕਲ ਸਕਦੇ ਨਵੇਂ, ਕਿੰਨੇ ਰੋਡ ਨਿਕਲ ਕੇ ਤੁਸੀਂ ਵੇਖਿਆ, ਰੁੱਖ ਵੜ ਕੇ ਇਹਨਾਂ ਨੇ ਬੇੜਾ ਗਰਕ ਕਰਤਾ। ਤੇ ਕੀ ਗੱਲ ਇਹ ਨਹੀਂ ਨਹਿਰੀ ਹੋ ਸਕਦਾ? ਜਦੋਂ ਇਲੈਕਸ਼ਨ ਆਉਂਦੀ ਆ, ਚੌੜੇ ਹੁੰਦੇ ਸੜਕਾਂ, ਡੈਮ ਬਣੇ, ਕਿੰਨਾ ਕੁਝ ਬਣਿਆ, ਫਲਾਈਓਵਰ ਬਣੇ, ਕੀ ਕੁਝ ਬਣਿਆ। ਹੁਣ ਇਹ ਵੀ ਨਹਿਰੀ ਹੋ ਸਕਦਾ ਜੇ ਸਰਕਾਰ। ਕਿਲੋਮੀਟਰ ਦਾ ਰਕਬਾ ਹੋਊਗਾ ਲਗਭਗ ਗੋਂਦਵਾਲ ਸਾਹਿਬ ਤੱਕ 13-14 ਕਿਲੋਮੀਟਰ ਦਾ। ਵੇਖੋ 13-14 ਕਿਲੋਮੀਟਰ 'ਚ 15 ਪਿੰਡ ਬਰਬਾਦ ਹੋ ਰਹੇ ਨੇ। ਆਹੋ ਜੇ ਦਰਿਆ ਦੇ ਰੂਪ 'ਚ ਲਾਈਏ ਫਿਰ 13-14 ਤੋਂ ਘੱਟ ਹੀ ਆ। ਉੱਪਰ ਦੀ ਵਲ ਕੇ ਆਈਏ ਫਿਰ ਤੇ ਇੰਨਾ ਕੁ 22 ਰੋਡ ਪੈ ਜਾਂਦਾ, ਪਰ ਇਹਨਾਂ ਅੱਗੇ ਕੁਝ ਵੀ ਨਹੀਂ ਆ। ਜੇ ਸਰਕਾਰ ਚਾਹਵੇ, ਇਹ ਆਪਣਾ 100ਵਾਂ 'ਚ ਨਹੀਂ ਹਜ਼ਾਰਾਂ 'ਚ, ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਮਤਲਬ ਕਿ ਦੱਬੀ ਪਈ ਦਰਿਆ ਥੱਲੇ, ਨੰਬਰੀ ਜ਼ਮੀਨਾਂ ਸਾਰੀਆਂ ਮਾਲਕੀ। ਜੇ ਸਰਕਾਰ ਚਾਹਵੇ ਗੋਂਦਵਾਲ ਸਾਹਿਬ ਤੋਂ ਲੈ ਕੇ ਹਰੀਕੇ ਤੱਕ ਦੋ ਨਹਿਰਾਂ ਵੀ ਬਣਾਉਣ ਨਾ ਵੱਡੀਆਂ, ਤੇ ਇਹ ਕਦੀ ਵੀ ਹੜ੍ਹ ਦੀ ਮਾਰ ਜਿਹੜਾ ਵਾ ਇੱਥੇ ਮਾਰ ਨਹੀਂ ਕਰੂਗਾ। ਪਾਣੀ ਗੱਲ ਸੁਣੋ, ਉਹ ਪੈਸੇ ਜਿਹੜੇ ਸਰਕਾਰ ਨੇ ਦੇਣੇ, ਉਹ ਤੁਹਾਡੀਆਂ ਜ਼ਮੀਨਾਂ 'ਚੋਂ ਰੇਤਾ ਕੱਢ ਕੇ ਤੁਹਾਨੂੰ ਮੋੜ ਸਕਦੇ, ਉਹ ਬੈ ਖਰੀਦ ਸਕਦੀ। ਉਹਦੇ 'ਚੋਂ ਰੇਤਾ ਕਿੰਨੀ ਨਿਕਲਣੀ ਡੂੰਘਾ ਕਰਨ ਵਾਸਤੇ? ਜਦੋਂ ਕੋਈ MLA ਬਣਦਾ ਉਹਦੇ ਕੋਲ 2 ਤੋਂ 4 ਕਿੱਲੇ ਜ਼ਮੀਨ ਹੁੰਦੀ ਆ, ਤੇ ਬਾਅਦ 'ਚ ਜਦੋਂ ਮੰਨ ਲਓ ਦੂਜੀ ਇਲੈਕਸ਼ਨ ਉਹਦੀ ਤੇ ਕੋਈ 150-200 ਕਿੱਲੇ ਮਤਲਬ ਕਿ ਉੱਪਰ ਹੀ ਹੁੰਦੀ, ਘੱਟ ਨਹੀਂ ਹੁੰਦੀ। ਤੁਸੀਂ ਆਮ ਹੀ MLA ਵੇਖੇ ਆ। ਤੇ ਜੇ ਉਹਨਾਂ ਨੇ ਮਤਲਬ ਕਿ ਤੁਹਾਡੀ ਰੇਤਾ ਨਾ ਵੇਚਣ ਤਾਂ ਕਿੱਲੇ ਕਿੱਥੋਂ ਬਣਨੇ ਆ? ਰੇਤਾ ਬੱਜਰੀ ਜੋ ਸਭ ਕੁਝ ਵੇਚਣ ਦਾ। ਹੁਣ ਇੱਕ ਗੱਲ ਲਾ ਲਓ ਤੁਸੀਂ, ਪਾਣੀ ਆ ਗਿਆ ਤੁਹਾਡੇ ਜਿੱਥੇ ਤੇ ਚਲੋ ਗਾਰ ਪੈ ਗਈ ਉਹਦਾ ਆਪਾਂ ਕਹਿ ਨਹੀਂ ਸਕਦੇ, ਜਿੱਥੇ ਰੇਤਾ ਪੈ ਗਈ ਆ ਕਮ ਸੇ ਕਮ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜੇ ਉਹਨਾਂ ਨੇ ਪੈਲੀ ਪੱਧਰ ਤੇ ਉਹਨਾਂ ਦਾ ਖਰਚਾ ਲੱਗਣਾ ਵਾ 2-2 ਫੁੱਟ ਜਿਹੜੀ ਰੇਤਾ ਚੜ ਗਈ ਉਹਨੂੰ ਉਹੀ ਵੇਚ ਲੈਂਦੇ ਹੋ ਜੱਟ ਨੂੰ ਵੀ ਤੂੰ ਆਪਦੀ ਰੇਤਾ ਵੇਚ ਕੇ ਤੇ ਯਾਰ ਆਪਦੀ ਪੈਲੀ ਕਰਾ ਲਾ, ਸਿੱਧੀ ਕਰ ਲਾ। ਜੇ ਇੱਥੇ ਨਾ ਪਿੱਛੇ ਜੇ ਸਾਡੇ ਵੀਰ ਦੀ ਗੱਲ ਮੈਂ ਵਿੱਚੇ ਰੋਕਦਾ, ਵੀਰ ਨੇ ਬੜੀ ਸੋਹਣੀ ਗੱਲ ਕੀਤੀ ਵੀ ਕਈਆਂ ਦੀਆਂ ਜ਼ਮੀਨਾਂ ਵੀ ਬਰਬਾਦ ਹੋ ਗਈਆਂ, ਉੱਚੀਆਂ ਨੀਵੀਆਂ ਹੋ ਗਈਆਂ, ਜ਼ਮੀਨਾਂ ਦੇ ਵਿੱਚ ਰੇਤਾ ਬੜੀ ਪੈ ਗਈ ਏ। ਪਰ ਹੈਰਾਨੀ ਦੀ ਗੱਲ ਹੈ, ਜ਼ਮੀਨ ਵੀ ਸਾਡੀ, ਰੇਤਾ ਵੀ ਸਾਡੀ, ਟਰੈਕਟਰ ਵੀ ਸਾਡਾ, ਟਰਾਲੀ ਵੀ ਸਾਡੀ। 200 ਮੀਲ ਨਹੀਂ ਸਾਡੀ ਰੇਤਾ ਜਾਂਦੀ, 2 ਮੀਲ ਨਹੀਂ ਜਾਂਦੀ। ਨਸ਼ਾ 200 ਮੀਲ ਜਾਂਦਾ, ਇਹਨਾਂ ਬਾਰਡਰਾਂ ਤੋਂ ਚੱਲਦਾ ਤੇ ਚੰਡੀਗੜ੍ਹ ਮੋਹਾਲੀ ਤੱਕ ਪਹੁੰਚਦਾ। ਹਾਲਾਂਕਿ ਰੇਤਾ ਸਾਡੀ ਏ, ਸਾਨੂੰ ਕੱਢਣ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਜ਼ਮੀਨਾਂ ਆਪਣੀਆਂ ਪੱਧਰ ਕਰ ਸਕੀਏ। ਇਹ ਕਿਸਾਨ ਵੀਰਾਂ ਦੀ ਪਹਿਲੀ ਮੰਗ ਹੈ। ਹਾਂਜੀ।
ਇਹ ਮਖੂ ਸਾਹਿਬ ਵੇਖੋ ਜੇ ਨਹੀਂ ਨਾ ਸਰਕਾਰ ਕਰ ਸਕਦੀ ਤੇ ਫਿਰ ਜਿੱਦਾਂ ਮੰਨ ਲਓ ਇਹਦੀ ਵੀਰ ਦੀ 10 ਕਿੱਲੇ ਜ਼ਮੀਨ ਆ ਹੈਨਾ, ਮੈਂ ਇਹਨੂੰ ਇਹੋ ਬੇਨਤੀ ਕਰੂੰਗਾ ਵੀ ਸਰਕਾਰਾਂ ਤੋਂ ਆਸ ਨਾ ਰੱਖੋ, ਆਪਦੇ 2 ਕਿੱਲੇ ਦੇ ਦੇ ਯਾਰ ਵਿੱਚੋਂ 2 ਕਿੱਲੇ ਛੱਡ ਦੇ, ਭੁੱਲ ਜਾ। ਜਿਹੜੀ ਇਹਨੂੰ ਮੰਨ ਲਓ ਕਿ ਸਾਰੇ 2-2 ਕਿੱਲੇ ਦਾਨ ਕਰਨ, ਆਪਦੇ ਕੋਲੋਂ ਹੀ ਖਰਚਾ ਲਾ ਕੇ ਨਾ ਸੰਗਤ ਅੱਗੇ ਕੁਝ ਨਹੀਂ ਅੜਿਆ ਫੜਿਆ ਹੈਨਾ ਜੀ। ਅਰਦਾਸ ਬੇਨਤੀ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਗੋਂਦਵਾਲ ਸਾਹਿਬ ਤੋਂ ਲੈ ਕੇ ਹਰੀਕੇ ਤੱਕ ਜੇ ਨਕੰਮੀਆਂ ਸਰਕਾਰਾਂ ਬਣਾ ਸਕਦੇ, ਠੀਕ ਨਹੀਂ ਬਣਾ ਸਕਦੇ ਤੇ ਜਿਹੜੀ ਤੁਹਾਡੀ ਬਚਦੀ ਜ਼ਮੀਨ ਯਾਰ ਉਹ 'ਚ ਕੁਝ ਨਾ ਕੋਈ ਫਸਲ ਤੇ ਹੋਵੇ, ਕੁਝ ਨਾ ਕੁਝ ਤੁਹਾਨੂੰ ਮਿਲੇ। ਮੰਨ ਲਓ ਕਿੰਨੇ ਸਾਲ ਹੋ ਗਏ ਜਿੱਦਾਂ ਇਹਨੇ ਗੱਲ ਕੀਤੀ ਆ, ਇੱਥੇ ਇੱਕ ਵਾਰੀ ਨਾ ਅਸੀਂ ਮਸ਼ੀਨ ਲੈ ਕੇ ਨਾ ਪੱਕੀ ਫਸਲ, ਇੱਥੇ ਪੈਲੀਆਂ ਬਹੁਤ ਭਾਰੀਆਂ, ਕਣਕ ਵੱਢਣ ਚੱਲੇ ਤੇ ਅੱਗ ਲੱਗ ਗਈ, ਵਿੱਚੇ ਮਸ਼ੀਨ ਸੜ ਗਈ, ਵਿੱਚੇ ਟਰੈਕਟਰ ਸੜ ਗਏ, ਮਤਲਬ ਕਿ ਦਰਿਆ ਦੇ ਜਾ ਕੇ ਅੱਗ ਜਿਹੜੀ ਉਹ ਬੁਝੀ ਹੀ ਨਹੀਂ ਤੇ ਸਾਰਾ ਕੁਝ ਲੂਹ ਕੇ ਨੇ ਸਵਾਹ ਕਰਤਾ ਜੀ ਅੱਗ ਨੇ। ਉਦੋਂ 1500 ਕਿੱਲਾ ਸੜ ਗਿਆ ਉਸ ਟਾਈਮ। 1500 ਕਿੱਲਾ ਹੈ? ਹਾਂਜੀ, ਇਹਨਾਂ ਕਿੱਲਾ 1500 ਕਰੀਬ ਦੇ ਸੜ ਗਿਆ। ਸੋ ਵੇਖੋ ਸਰਕਾਰਾਂ ਦੀਆਂ ਨਗੇਲੀਆਂ ਬੜੀਆਂ, ਕਿਤੇ ਰੁੜ ਜਾਂਦੇ ਨੇ, ਕਿਤੇ ਫਸਲਾਂ ਸੜ ਜਾਂਦੀਆਂ। ਸੋ ਵੀਰਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸੋ ਅੱਜ ਵੀਰਾਂ ਦੀ ਜਿਹੜੀ ਮੰਗ ਸੀ ਅੱਜ ਪੂਰੀ ਹੋਈ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਅਚਾਰ ਦੀ ਮੰਗ ਕੀਤੀ ਸੀ ਤੇ ਗੁਰੂ ਕੇ ਪਿਆਰਿਆਂ ਨੇ ਤੁਹਾਡੀ ਉਹ ਮੰਗ ਵੀ ਪੂਰੀ ਕਰਤੀ ਹੈ। ਵਧੀਆ ਵਧੀਆ ਕੀਤਾ ਜੀ, ਇੱਥੇ ਕੋਈ ਨਹੀਂ ਬਣਿਆ, ਤੁਸੀਂ ਫਿਰ ਵੀ ਗਰੀਬਾਂ ਦੀ ਸੁਣੀ ਕਿਹੜੀ ਗੱਲ ਆ। ਇਹਦੀ ਲੋੜ ਸੀ ਤੁਹਾਨੂੰ? ਕਿੰਨੀ ਕੁ ਲੋੜ ਸੀ? ਬਹੁਤ ਜ਼ਿਆਦਾ ਲੋੜ ਜੀ, ਡੰਗਰਾਂ ਨੂੰ ਲੱਭਦਾ ਸੁੱਕਾ ਨਾਲ ਪਾਉਂਦਾ ਆ, ਸੁੱਕੇ ਬਗੈਰ ਸਾਡਾ ਡੰਗਰ ਦੁੱਧ ਸਕਾ ਗਏ ਸੀ? ਦੁੱਧ ਥੱਲੇ ਉਵੇਂ ਭੱਜ ਗਈਆਂ ਕਿਹੜੀ ਗੱਲ ਆ ਰੇ, ਜਿਹੜਾ ਘੁੱਟ ਦਿੰਦੀਆਂ ਉਹ ਵੀ ਗਈਆਂ ਅਸਲੇ। ਬਿਲਕੁਲ ਬਿਲਕੁਲ ਜੀ, ਪੱਠਾ ਨਹੀਂ ਜੋਗਾ ਪੈਣਾ, ਦੁੱਧ ਨਾਲ ਕਿੱਥੋਂ ਦੇਣਾ, ਕਿਹੜੀ ਗੱਲ, ਦੁੱਧ ਹਰਿਆ ਦੇਣਾ ਕੋਈ ਪਊ ਢਿੱਡ 'ਚ ਕੋਈ ਉਹਨਾਂ ਦੇ। ਕੀ ਕਹਿਣਾ ਚਾਹੁੰਦੇ ਜੇ ਹੋਰ ਸਮਾਜ ਸੇਵੀ ਤੁਹਾਡੀ ਆਵਾਜ਼ ਸੁਣਦੇ ਨੇ, ਇਸ ਚੀਜ਼ ਦੀ ਹੋਰ ਲੋੜ ਹੈ? ਕਿੰਨੇ ਕਿੰਨੇ ਪਸ਼ੂ ਨੇ ਪਿੰਡ ਕੋਲ, ਇੱਕ ਘਰ ਕੋਲ? ਪਹੂ ਜੀ ਕਈਆਂ ਕੋਲ 10 ਕਈਆਂ ਕੋਲ 20 ਪਹੂ ਵੀ ਹੈਗੇ, 20 ਪਹੂ ਵੀ ਹੈਗੇ ਕਈ ਜਿਹੜੀ ਆ। ਅੱਛਾ, ਸੋ ਬੜੀ ਵੱਡੀ ਲੋੜ ਹੈ, ਬਹੁਤ ਜ਼ਿਆਦਾ ਜੀ। ਕਈ ਰੋਂ ਤੁਰੀਆਂ ਫਿਰ ਸਰਦਾ ਨਹੀਂ ਕਿਹੜੀ ਗੱਲ ਆ। ਸੋ ਸਮਾਜ ਸੇਵੀਆਂ ਨੂੰ ਬੇਨਤੀ ਹੈ ਵੀ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਤੇ ਹੋਰ ਬੜੇ ਪਿੰਡਾਂ ਧੰਨ ਧੰਨ ਕਰਾਤੀ, ਸੋ ਇਹ ਜਿਹੜੇ 15 ਪਿੰਡ ਨੇ ਇਹ ਮਾਰ ਦੇ ਵਿੱਚ ਨੇ, ਸੋ ਇਹਨਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ। ਹਾਂਜੀ, ਕੀ ਕਹਿਣਾ ਚਾਹੁੰਦੇ ਜੇ? ਜਿਵੇਂ ਕਹਿੰਦੇ ਨੇ ਵੀ ਸਾਡੇ ਕੋਲ ਪਸ਼ੂ ਜਿਹੜੇ ਨੇ ਕਿਸੇ ਕੋਲ 15 ਨੇ, ਕਿਸੇ 20 ਨੇ, ਤੇ ਆਹ ਗੱਠ ਕੁਆਂਟਲ ਦੀ ਇਹ 2-4 ਦਿਨ ਹੀ ਕੱਢਣੀ, ਇਹ ਤੇ ਮਲਮ ਹੀ ਲੱਗੀ ਤੁਹਾਡੇ ਫਿਰ? ਹਾਂਜੀ, ਇਹ 2-4 ਦਿਨ ਹੀ ਕੱਢਣੇ, ਚਲੋ ਇੰਨਾ ਟਾਈਮ ਸਰ ਜੂ। ਦੁੱਧੋਂ ਵੀ ਸੁੱਕ ਗਈਆਂ, ਕੋਈ ਪੱਠੇ ਕਿਤੇ ਰਹਿ ਨਹੀਂ ਗਏ ਮੰਡ 'ਚ। ਅਸੀਂ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਇੰਨਾ ਸਾਡਾ ਬਾਂਹ ਫੜੀ ਜੋ ਤੇ ਅਸੀਂ ਇੱਥੋਂ ਤੱਕ ਗਏ ਆ। ਪਰ ਲੋਕੀ ਕਹਿੰਦੇ ਜਿਹੜੇ ਲੀਡਰਾਂ ਦੇ ਉਹ ਕੜਛੇ ਚਮਚੀ ਉਹ ਕਹਿੰਦੇ ਫੋਟੋਆਂ ਖਿਚਾਉਣ ਦੇ ਫੋਟੋਆਂ, ਚਲੋ ਜੋ ਮਰਜ਼ੀ ਆਖੀ ਜਾਣ, ਪਰ ਸਾਨੂੰ ਤਾਂ ਪਤਾ ਵਾ ਨਾ ਤੁਹਾਡਾ ਵੀ, ਜਿਵੇਂ ਤੁਸੀਂ ਸਾਡਾ ਇੰਨੇ ਸ਼ਾਬਾਸ਼ ਹੈ ਤੁਹਾਡੀ, ਜਿਹੜਾ ਤੁਸੀਂ ਸਾਨੂੰ ਜਾਂਦੇ ਆ ਤੇਲ ਜੋ ਕਿ ਪੈਸੇ ਵੀ ਜਾਂਦੇ ਆ ਦੇ ਤੇ ਵੀ ਆ ਤੇਲ ਪਵਾਓ ਤੇ ਟਰੈਕਟਰ ਖੜੋ ਤੇਲ ਫੇਰ ਤੁਰਿਓ। ਅਸੀਂ ਫੇਰ ਕਿਉਂ ਆਖੀ ਵੀ ਤੇ ਮਾੜੇ ਤੁਹਾਡੇ ਨਹੀਂ ਆ ਸਕਦੇ ਬਗਾੜੀ। ਸੋ ਵੇਖੋ ਜਿੰਨੇ ਕੁ ਜੋਗੇ ਅਸੀਂ ਆਪਣੇ ਫਰਜ਼ ਨਿਭਾ ਰਹੇ ਆ, ਅਕਾਲ ਏਡ ਵੀ ਸਾਡਾ ਜਿਹੜੇ ਸਹਿਯੋਗੀ ਵੀਰ ਨੇ ਸਾਰੇ, ਅਸੀਂ ਨਹੀਂ ਚਾਹੁੰਦੇ ਵੀ ਵੀਰ ਪਹਿਲਾਂ ਰੁੜੇ ਪਏ ਨੇ ਵੀ ਇਹ ਟਰੈਕਟਰ ਭੇਜਿਆ, ਅਸੀਂ ਨਹੀਂ ਚਾਹੁੰਦੇ ਵੀ ਤੇਲ ਵੀ ਇਹਨਾਂ ਦਾ ਹੋਵੇ ਤੇ ਰਾਜ ਖਰਚਾ ਵੀ ਇਹਨਾਂ ਦਾ ਹੋਵੇ। ਸੋ ਅਸੀਂ ਨੇ ਵੀ ਇਹਨਾਂ ਦਾ ਖਰਚਾ ਕੋਈ ਨਾ ਹੋਵੇ, ਕਿਉਂਕਿ ਇਹਨਾਂ ਨੁਕਸਾਨ ਪਹਿਲਾਂ ਬਹੁਤ ਜ਼ਿਆਦਾ ਹੋ ਗਿਆ। ਇੰਨਾ ਕੁ ਨੁਕਸਾਨ ਹੋ ਗਿਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਪੂਰਾ ਕਰ ਸਕਦਾ ਹੈ। ਪਰ ਜਿਹੜੀਆਂ ਲੋੜਾਂ ਨੇ ਇਹਨਾਂ ਦੀਆਂ ਰੋਜ਼ਮਰਾ ਦੀਆਂ, ਉਹ ਆਪਾਂ ਰਲ ਮਿਲ ਕੇ ਆਪਾਂ ਉਹ ਲੋੜਾਂ ਇਹਨਾਂ ਦੀਆਂ ਪੂਰੀਆਂ ਕਰ ਸਕਦੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਸਵੇਰ ਦੇ ਨਾਲ ਸੇਵਾ ਨਿਭਾ ਰਹੇ ਹੋ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਜਿਹੜਾ ਬਹੁਤ ਹਰੇ ਚਾਰੇ ਦੀ ਲੋੜ ਹੀ ਸਾਨੂੰ, ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਵੇਰ ਦਾ, ਸਾਨੂੰ ਜਿਹੜਾ ਕਿੱਥੋਂ ਜਾ ਕੇ ਟਰਾਲਾ ਆਪ ਨਾਲ ਜਾ ਕੇ ਸਾਡੇ ਤੇ ਤੇਲ ਪਾਣੀ ਦੇ ਕੇ ਘਰੋਂ ਜਿਹੜਾ ਵੀ ਸਾਨੂੰ ਦਵਾਇਆ ਹੋਇਆ ਵਾ। ਸੋ ਅਸੀਂ ਹੱਥ ਬੰਨ੍ਹ ਕੇ ਸੰਗਤ ਨੂੰ ਬੇਨਤੀ ਕਰਦੇ ਹਾਂ, ਸਮਾਜ ਸੇਵੀਆਂ ਨੂੰ, ਵੀ ਇੱਥੇ ਮਲ ਮਲਾਉਣ ਦੀ ਲੋੜ ਹੈ। ਕਿਉਂਕਿ ਵੇਖੋ ਜਿਵੇਂ ਵੀਰ ਕਹਿੰਦੇ ਵੀ ਸਾਰਾ ਕੁਝ ਰੁੜ ਗਿਆ। ਇਸ ਟਾਈਮ ਪਸ਼ੂਆਂ ਦਾ ਦੁੱਧ ਜਿਹੜਾ ਹੈ ਉਹ ਘਰ ਦਾ ਗੁਜ਼ਾਰਾ ਤੋਰਦਾ ਸੀ, ਪਰ ਕਹਿੰਦੇ ਵੀ ਦੁੱਧ ਵੀ ਮੱਝਾਂ ਜਿਹੜੀਆਂ ਸਕਾ ਗਈਆਂ ਤੇ ਇਹੋ ਦੁੱਧ ਦੇ ਨਾਲ ਘਰਾਂ ਦੇ ਗੁਜ਼ਾਰੇ ਚੱਲਣੇ ਸੀ। ਇਹ ਕੁਦਰਤ ਨੇ ਸਾਨੂੰ ਸਿੱਖਾਂ ਨੂੰ, ਸਾਨੂੰ ਜਿਹੜੇ ਜੱਟ ਨੇ ਇਹ ਹੱਥ ਨਹੀਂ ਕਿਸੇ ਅੱਗੇ ਅੱਡਦੇ, ਇਹਨਾਂ ਨੂੰ ਸ਼ਰਮਾਂ ਹੀ ਮਾਰਦੀਆਂ। ਸੋ ਹਾਂਜੀ, ਕੀ ਕਹਿਣਾ ਚਾਹੁੰਦੇ ਹੋਰ ਸਮਾਜ ਸੇਵੀਆਂ ਨੂੰ? ਜਿਵੇਂ ਵੇਖੋ ਦੁੱਧ ਦੇ ਨਾਲ ਹੀ ਆਪਣਾ ਗੁਜ਼ਾਰਾ ਹੋਣਾ ਸੀ, ਫਸਲ ਹੁਣ ਗਾਂ ਜਿਵੇਂ 10 ਫੁੱਟ ਪਾਣੀ ਹੈ, ਜੇ ਕਣਕ ਬੀਜਣ ਦੀ ਆਸ ਕੋਈ ਨਹੀਂ ਗੀ, ਤੇ ਇਹਨਾਂ ਡੰਗਰਾਂ ਦੇ ਨਾਲ ਹੀ ਦੁੱਧ ਦੇ ਨਾਲ ਹੀ ਆਪਣੇ ਘਰਾਂ ਦੇ ਗੁਜ਼ਾਰੇ ਤੁਰਦੇ ਨੇ। ਆ ਕੋਈ ਕਣਕ ਦੀ ਆਸ ਹੀ ਕੋਈ ਨਹੀਂ, ਜੇ ਪਾਣੀ ਲੱਥੂ ਤੇ ਫੇਰ ਹੀ ਗੱਡੀ ਚੱਲਣੀ ਜਾ ਕੇ ਕੋਈ ਵੀ। ਇਦਾਂ ਦੁੱਧ ਸਰੋਈਆਂ ਦੁੱਧ ਉਂਝ ਨਹੀਂ ਹੈਗੀਆਂ, ਮੱਝਾਂ ਸਕਾ ਗਈਆਂ ਵਾ। ਝੋਨੇ ਲਾਏ, ਝੋਨੇ ਨੂੰ ਗਾੜੀ ਆੜਤ ਕੇ ਬਾਂਹ ਨਹੀਂ ਫੜਦੇ, ਕਿਉਂ ਆੜਤੀਏ ਵਿਚਾਰੇ ਗਿਆ ਪਹਿਲਾਂ ਬਥੇਰੇ ਪੈਸੇ ਆਏ ਹੁੰਦੇ ਆ, ਤੇ ਹੁਣ ਇਦਾਂ ਹੀ ਆ ਦੁੱਧ ਸਰੋਈਆਂ ਦਾ ਟਾਈਮ ਸਾਰਨ ਵਾਲੀ ਗੱਲ ਹੀ ਆ। ਵੀ ਆੜਤੀ ਵੀ ਬਾਂਹ ਨਹੀਂ ਫੜ ਰਹੇ, ਜਿਵੇਂ ਵੀਰ ਨੇ ਕਿਹਾ ਵੀ ਹੁਣ ਆੜਤੀ ਵੀ ਬਾਂਹ ਨਹੀਂ ਫੜਦੇ। ਵੀਰ ਜੀ ਆੜਤੀਆਂ ਨੂੰ ਤਾਂ ਕੋਈ ਬਾਂਹ ਫੜਨ ਵਾਲਾ ਕੰਮ ਹੀ ਨਹੀਂ ਆ, ਪੈਸੇ ਤੇ ਅੱਗੇ ਜਾਏ ਲੈਂਦੇ ਆ। ਤਾਂ ਝੋਨੇ ਲਾਏ ਕਿੰਨਾ ਖਰਚਾ ਹੁੰਦੇ ਆ ਆਇਆ, ਤੇ ਆੜਤੀਏ ਵਿਚਾਰੇ ਕੀ ਕਰਨ, ਬਸ ਉਹਨਾਂ ਦੇ ਕੁਛ ਨਹੀਂ। ਉਹਨਾਂ ਨੂੰ ਵੀ ਜਿਸ ਤਰ੍ਹਾਂ ਆਪਾਂ ਨੂੰ ਫਸਲ ਦੀ ਝਾਕ ਵਾ, ਉਹਨਾਂ ਨੂੰ ਵੀ ਇਸ ਤਰ੍ਹਾਂ ਜ਼ਿਮੀਂਦਾਰ ਦੀ ਝਾਕ ਵੀ ਆਊ ਤੇ ਸਾਨੂੰ ਵੀ ਕੋਈ 4 ਵਜਣਗੇ ਤੇ ਜ਼ਿਮੀਂਦਾਰ ਦਾ ਵੀ ਘਾਟਾ ਪੂਰਾ ਹੋ ਜਾਊਗਾ। ਹਾਂਜੀ, ਸੋ ਵੀਰ ਜੀ ਦੇਖੋ ਜਿਵੇਂ ਇਹਨਾਂ ਨੇ ਆਪਣੇ ਦੁੱਖ ਰੱਖੇ ਨੇ ਵੀ ਆੜਤੀ ਇਸ ਗੱਲੋਂ ਦਿੰਦਾ ਵੀ ਉਹਨੂੰ
ਆਉਣ ਦੀ ਆਸ ਹੁੰਦੀ, ਪਰ ਕਹਿੰਦੇ ਵੀ ਜਦੋਂ ਆੜਤੀ ਨੂੰ ਪਤਾ ਲੱਗ ਜਾਏ ਵੀ ਹੁਣ ਆਉਣ ਦੀ ਕੋਈ ਆਸ ਨਹੀਂ। ਪਰ ਵੇਖੋ ਗੁਰੂ ਦਾ ਦਿੱਤਾ ਤੇ ਗੁਰੂ ਦੇ ਘਰ ਵਿੱਚ ਆਪਾਂ ਖੜੇ ਹਾਂ, ਔਰ ਗੁਰੂ ਦੀ ਬਖਸ਼ਿਸ਼ ਦੇ ਨਾਲ ਆਪਾਂ ਵੰਡ ਰਹੇ ਹਾਂ। ਸ਼ਹੀਦਾਂ ਦੀ ਜਗ੍ਹਾ ਤੇ ਆਪਾਂ ਖੜੇ ਹਾਂ ਤੇ ਗੁਰੂ ਦਾ ਦਿੱਤਾ ਹੀ ਆਪਾਂ ਇੱਥੇ ਰੱਖਿਆ ਤੇ ਅੱਜ ਲੋੜਵੰਦਾਂ ਲਈ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲ ਕੇ। ਅੱਜ ਸਹੀ ਮੁੱਚ ਸਹੀ ਮਾਇਨਿਆਂ ਦੇ ਵਿੱਚ ਅੱਜ ਬਾਬਾ ਜੀ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਬਾਬਾ ਜੀ, ਹਾਂਜੀ ਅੱਜ ਜਿਵੇਂ ਕਹਿੰਦੇ ਗਰੀਬ ਦਾ ਮੂੰਹ ਗੁਰੂ ਕੀ ਗੋਲ ਕੇ, ਹਾਂਜੀ ਹਾਂਜੀ ਤੇ ਅੱਜ ਬਿਲਕੁਲ ਸਹੀ ਥਾਂ ਤੇ ਦਸ਼ਵੰਧ ਸੰਗਤ ਦਾ ਪਹੁੰਚ ਰਿਹਾ। ਬਿਲਕੁਲ ਭਾਈ ਸਹੀ ਥਾਂ ਤੇ ਆ, ਮੌਕੇ ਤੇ ਬੰਦੇ ਖੜੇ ਆ ਜਿਹੜੇ ਮੰਡ ਚੋਂ ਆਣ ਕੇ ਮਾਝੇ ਬੈਠੇ ਆ ਜੀ, ਤੇ ਮੌਕੇ ਤੇ ਆਣ ਕੇ ਉਹਨਾਂ ਨੇ ਚਾਰ ਖੜਨਾ ਇੱਥੋਂ ਜੀ। ਆਪ ਹੀ ਨਾਲ ਦੀ ਕਿਹੜੀ ਹੈ ਮੁਸ਼ਕਲ ਜਿਹੜੀ ਮੰਗ ਹੈ, ਕਿਉਂਕਿ ਵੇਖੋ ਸੰਗਤ ਬੜੀ ਵੱਡੀ ਹੈ, ਸੰਗਤ ਤੇ ਬੜੀ ਦਾਤੇ ਦੀ ਕਿਰਪਾ ਵੀ ਹਰੇਕ ਮੰਗ ਪੂਰੀ ਕਰਦੀ। ਮੁਸ਼ਕਲ ਇਹ ਆ ਵੀਰ ਜੀ ਸਾਡੀ ਆ ਜਿਹੜੇ ਢਾਏ ਪਿੰਡ ਦੇ ਪਿੰਡ ਅਸੀਂ ਸਾਡੀ ਜ਼ਿਆਦੀ ਜ਼ਮੀਨ ਮੰਡ ਦੇ ਵਿੱਚ ਆ ਜੀ, ਥੋੜੀ ਜ਼ਮੀਨ ਉੱਪਰ ਆ, ਉਹ ਅਸੀਂ ਖਰਚਾ ਕਰਕੇ ਮੰਡ 'ਚ ਝੋਨਾ ਲਾ ਲੈਂਦੇ ਆ। ਹਰ ਵਾਰੀ ਸਾਡਾ ਝੋਨਾ ਮਾਰਿਆ ਜਾਂਦਾ ਵਾ, ਉਹਦਾ ਸਾਨੂੰ ਮਾਝੋਂ ਥੋੜਾ ਬਹੁਤਾ ਬਜਟ ਆਉਂਦਾ ਵਾ, ਉਹ ਅਸੀਂ ਮੰਡ 'ਚ ਲਾ ਬੈਂਦੇ ਆ। ਠੀਕ ਹੈ ਨਾ ਵੀਰ ਜੀ? ਤੇ ਸਾਡੇ ਤੋਂ ਜਿਹੜੇ ਪੈਸੇ ਹੁੰਦੇ ਉਹ ਅਸੀਂ ਮੰਡ 'ਚ ਖਰਚ ਕਰ ਲੈਂਦੇ ਆ, ਤੇ ਨਾ ਮੁੜ ਕੇ ਸਾਨੂੰ ਆੜ੍ਹਤੀਆ ਕੋਈ ਪੈਸਾ ਦਿੰਦਾ। ਵੀ ਹੱਲ ਕਿਵੇਂ ਹੋਵੇ ਵੀ ਮੰਡ 'ਚ ਆਪਣਾ ਪਾਣੀ ਤੋਂ ਬਚਾਅ ਕਿਵੇਂ ਹੋ ਸਕਦਾ? ਕੋਈ ਇਹੋ ਜੀ ਗੱਲ ਜਿਹੜੀ, ਕਿਉਂਕਿ ਤੁਹਾਡੀ ਆਵਾਜ਼ ਸਰਕਾਰ ਤੱਕ ਮੰਨ ਲਓ ਸਰਕਾਰਾਂ ਜਿਹੜੀਆਂ ਸਰਕਾਰ ਜੋ ਮਰਜ਼ੀ ਕਰ ਸਕਦੀ ਵੀਰ ਜੀ, ਇਹ ਦਰਿਆ ਨੂੰ ਨਹਿਰ ਦੇ ਰੂਪ 'ਚ ਲਿਆ ਸਕਦੀ ਆ। ਕਿਉਂਕਿ ਜਿਹੜੀਆਂ ਕੁਛ ਸਾਡੀਆਂ ਮੰਨ ਲਓ 10 ਤੋਂ 3% ਜਿਹੜੀਆਂ ਕਣਕ ਵੀ ਮਾਰੀ ਜਾਂਦੀ ਆ, 3% ਜਿਹੜੀ ਕਣਕ ਮਾਰੀ ਉਹ ਸਾਡੀ ਕਣਕ ਨਾ ਮਾਰੀ ਜਾਵੇ। ਜਿਹੜਾ ਝੋਨਾ ਵਾ ਚਲੋ ਜੇ ਥੋੜਾ ਪਾਣੀ ਦਾ ਬਚਾਅ ਹੋ ਜਾਵੇ, ਇਸ ਕਰਕੇ ਵੀ ਸਾਡਾ ਜਿਹੜਾ ਦਰਿਆ ਉਹ ਨਹਿਰ ਦੀ ਰੂਪ 'ਚ ਹੋ ਜਾਵੇ। ਵੀ ਸਰਕਾਰ ਇੱਥੇ ਆ ਕੇ ਜਾਇਜ਼ਾ ਲਵੇ। ਔਰ ਗੁੱਜਰਪੁਰ ਦੇ ਵਾਸੀਆਂ ਨੇ ਦੱਸਿਆ ਹੈ ਵੀ ਇੱਥੇ ਭਗਵੰਤ ਮਾਨ ਸਾਹਿਬ ਜਦੋਂ ਮੈਂਬਰ ਪਾਰਲੀਮੈਂਟ ਸਨ ਉਸੇ ਖੜ ਕੇ ਬੋਲ ਕੇ ਗਏ ਸੀ ਵੀ ਸਰਕਾਰਾਂ ਨੂੰ ਦੇਖਦਾ ਨਹੀਂ, ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ। ਭਗਵੰਤ ਮਾਨ ਸਾਹਿਬ ਉਦੋਂ ਕੇਵਲ ਤੁਸੀਂ ਕਹਿ ਸਕਦੇ ਹੋ, ਅੱਜ ਤੁਸੀਂ ਕਰ ਸਕਦੇ ਹੋ। ਅੱਜ ਹਰੇ ਪੈਨ ਦੀ ਵਰਤੋਂ ਕਰੋ ਔਰ ਲੋਕਾਂ ਨੂੰ ਸੱਚੀ ਮੁੱਚੀ ਮਾਲਕ ਬਣਾਓ ਜ਼ਮੀਨਾਂ ਦੇ। ਮਾਲਕੀ ਜ਼ਮੀਨਾਂ ਨੇ, ਪਰ ਜਦੋਂ ਫਸਲ ਹੁੰਦੀ ਕੋਈ ਨਹੀਂ, ਜਿਹੜੀ ਉੱਪਰ ਥੋੜੀ ਮੋਟੀ ਫਸਲ ਹੈ, ਕਹਿੰਦੇ ਵੀ ਉਹਦੀ ਆਮਦਨ ਵੀ ਮੰਡ 'ਚ ਲਾ ਲੈਂਦੀ ਵੀ ਖੋਰੇ ਇਸ ਵਾਰ ਫਸਲ ਬਚ ਜਾਏਗੀ, ਪਰ ਇਸ ਵਾਰ ਕਹਿ ਕੇ ਉਹ ਫਿਰ ਰੁੜ ਜਾਂਦੀ ਹੈ। ਸੋ ਇਹਨਾਂ ਦੀਆਂ ਜ਼ਮੀਨਾਂ ਨੂੰ ਨਹਿਰੀ ਰੂਪ ਦਿੱਤਾ ਜਾਏ, ਮੁੱਲ ਖਰੀਦੀਆਂ ਜਾਣ ਜ਼ਮੀਨਾਂ। ਔਰ ਤੁਹਾਨੂੰ ਪਿੰਡ ਵਾਸੀਆਂ ਨੇ ਦੱਸ ਵੀ ਦਿੱਤਾ ਵੀ ਉਨੀ ਰੇਤਾ ਪੱਟੀ ਜਾ ਸਕਦੀ ਹੈ, ਜਿੰਨੇ ਕੁ ਤੁਸੀਂ ਲੋਕਾਂ ਨੂੰ ਪੈਸੇ ਦੇਣੇ ਨੇ, ਹੋ ਸਕਦਾ ਇਹ ਤੁਹਾਨੂੰ ਰੇਤਾ ਵੇਚ ਕੇ ਉਹ ਬਚ ਵੀ ਜਾਣ। ਸੋ ਇਹ ਪਿੰਡਾਂ ਦੇ 15 ਪਿੰਡਾਂ ਨੂੰ ਬਚਾਇਆ ਜਾ ਸਕਦਾ ਹੈ, ਹਜ਼ਾਰਾਂ ਏਕੜ ਫਸਲ ਬਚਾਈ ਜਾ ਸਕਦੀ, ਜਿਹਨੂੰ ਤੁਸੀਂ ਮੁਆਵਜ਼ਾ ਦਿੰਦੇ ਹੋ। ਚਾਹੇ ਪਹਿਲੀਆਂ ਸਰਕਾਰਾਂ ਨੇ ਲਾਰਾ ਲਾਇਆ, ਚਾਹੇ ਐਤਕੀ ਤੁਸੀਂ ਪਤਾ ਨਹੀਂ ਕਿਆ ਹੈ। ਹੇਠਲੇ ਜਿਹੜੇ ਆਫੀਸਰ ਹੁੰਦੇ ਨੇ ਆਪਾਂ ਵੇਖਦੇ ਹਾਂ ਵੀ ਠੂੰਗਾ ਬੜੇ ਮੋਟੇ ਲੱਗਦੇ ਨੇ। ਅੱਗੇ ਪਿਛਲੀ ਵਾਰ ਸਾਡੇ ਤੇ ਸਭਰਾਵਾਂ ਨੇ ਕਹਿ ਦਿੱਤਾ ਵੀ 13,000 ਰੁਪਈਆ ਕਿੱਲੇ ਦਾ, ਪਰ ਲੋਕ ਕਹਿੰਦੇ ਵੀ ਸਾਡੇ ਤਾਂ 6,000 ਰੁਪਈਆ ਪਹੁੰਚਿਆ। ਤੇ ਜਿਹੜਾ ਵਿਚਲਾ ਹੀ ਉਹ ਜਿਹੜੀ ਅਫਸਰ ਲੋਬੀ ਹੈ, ਉਹ ਹੀ ਕੋਈ ਇੱਧਰ ਲੈ ਗਿਆ ਕੋਈ ਇੱਧਰ ਲੈ ਗਿਆ। ਲੋਕਾਂ ਦੇ ਪੱਲੇ ਕੀ ਪੈਂਦਾ? ਤੇ 6,000 'ਚੋਂ ਪੱਲੇ ਕੀ ਪਏਗਾ? 13,000 'ਚੋਂ 6,000 ਪੱਲੇ ਪਿਆ ਸੀ, ਤੇ ਹੁਣ 6,000 ਕਿਹਾ ਗਿਆ, 6,000 'ਚੋਂ ਪੱਲੇ ਕੀ ਪਊਗਾ? ਵੀਰ ਜੀ ਸਾਡੇ ਜੋ ਪ੍ਰਬੰਧਕ ਵਾ, ਜੋ ਅਕਾਲੀ ਦਲ ਦੇ, ਜੋ ਕਾਂਗਰਸ ਦੇ ਸੀ, ਉਹਨਾਂ ਬਿਲਕੁਲ ਸਹੀ ਕੀਤਾ ਹੈ। ਜੇ ਖਰਾਬਾ ਆਇਆ ਉਹਨਾਂ ਸਹੀ ਤਰੀਕੇ ਨਾਲ ਵੰਡਿਆ ਹੈ। ਵੰਡਣ 'ਚ ਕੋਈ ਗਲਤੀ ਨਹੀਂ ਹੋਈ। ਇਹ ਨਹੀਂ ਵੀ ਕੋਈ ਵੰਡਣ 'ਚ ਗਲਤੀ ਹੋ ਗਈ ਹੋਊਗੀ, ਵੰਡਿਆ ਸਹੀ ਗਿਆ ਖਰਾਬਾ ਸਾਡਾ। ਹਾਂ ਸਾਡੇ ਸਰਾਬ ਜੋ ਘੜਕੇ ਪਿੰਡ ਦਾ ਖਰਾਬਾ ਨਾ, ਜੇ ਅਕਾਲੀ ਦਲ ਨੇ ਵੰਡਿਆ ਉਹ ਵੀ ਸਹੀ ਵੰਡਿਆ, ਜੇ ਕਾਂਗਰਸ ਨੇ ਵੰਡਿਆ ਉਹ ਵੀ ਸਹੀ ਵੰਡਿਆ ਹੈ। ਵੰਡਣ 'ਚ ਕੋਈ ਗਲਤੀ ਨਹੀਂ ਹੋਈ। ਵੇਖੋ ਪਹਿਲੀਆਂ ਸਰਕਾਰਾਂ 'ਚ ਚੰਗੀਆਂ ਚੱਲੀਆਂ, ਵੇਖੋ ਲੋਕੀ ਕਹਿੰਦੇ ਲੁੱਟਦੀਆਂ ਕੁੱਟਦੀਆਂ ਰਹੀਆਂ, ਪਰ ਇੱਥੇ ਬਾਬਾ ਜੀ ਨੇ ਕਿਹਾ ਵੀ ਪਿਛਲੀ ਸਰਕਾਰਾਂ ਨੇ ਖਰਾਬਾ ਸਹੀ ਤਰੀਕੇ ਨਾਲ ਵੰਡਿਆ। ਪਰ ਸਾਡੇ ਪਿੰਡਾਂ ਦੇ ਵਿੱਚ ਅੱਧਾ ਪਹੁੰਚਦਾ ਰਿਹਾ, ਪਰ ਅੱਧਾ ਜਿਹੜਾ 13,000 ਲੋਕਾਂ ਨੂੰ ਕਹਿ ਕੇ ਲੋਕਾਂ ਤੱਕ 6,000 ਪਹੁੰਚਿਆ। ਸੋ ਇਸ ਵਾਰ ਵੀ ਸਰਕਾਰ ਨੂੰ ਬੇਨਤੀ ਹੈ ਵੀ ਗਰਦੌਰੀਆਂ ਜਿਹੜੀਆਂ ਨੇ ਇਹ ਸਰਮਾਏਦਾਰਾਂ ਦੇ ਘਰਾਂ 'ਚ ਨਾ ਹੋਣ, ਇਹ ਗਰਾਊਂਡ ਤੇ ਹੋਣ, ਲੋਕਾਂ ਦੀਆਂ ਵੇਖੀ ਜਾਏ ਵੀ ਇਹਨਾਂ ਦੀ ਮਾਲਕੀ ਕਿੰਨੇ ਕਿੱਲੇ, ਇਹਨਾਂ ਦੀ ਮਾਲਕੀ ਕਿੰਨੇ ਕਿੱਲੇ ਆ। ਸੋ ਮੈਂ ਇਹ ਕਹਿੰਦਾ ਵੀ ਜਿੰਨਾ ਵੱਡਾ ਨੁਕਸਾਨ ਹੋਇਆ, ਆਪਾਂ ਤਾਂ ਕੇਵਲ ਉੱਥੇ ਮਲਮ ਲਾਉਣੀ ਹੈ। ਨੁਕਸਾਨ 50,000 60,000 ਦੀ ਫਸਲ ਰੁੜ ਗਈ ਔਰ 20,000 ਰੁਪਈਆ ਇਹਨਾਂ ਦੀ ਲਾਗਤ ਆ ਗਈ ਸੀ। ਸੋ ਜਿਵੇਂ ਵੀਰਾਂ ਨੇ ਕਿਹਾ ਵੀ ਹੁਣ ਤੇ ਆੜਤੀ ਵੀ ਹੱਥ ਖੜੇ ਕਰ ਗਏ, ਆੜਤੀਆਂ ਨੂੰ ਆਸ ਹੁੰਦੀ ਵੀ ਆਉਣੇ ਨੇ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਕੋਲ ਆਉਣੇ ਹੀ ਕਿਸੇ ਪਾਸਿਓਂ ਨਹੀਂ, ਕਹਿੰਦੇ ਉਹਨਾਂ ਨੇ ਹੱਥ ਖੜੇ ਕਰਤੇ। ਅੱਜ ਪਸ਼ੂਆਂ ਆਸਰੇ ਗੁਜ਼ਾਰਾ ਹੋਣਾ ਸੀ ਤੇ ਹਰੇ ਚਾਰੇ ਤੋਂ ਪਸ਼ੂ ਵੀ ਦੁੱਧ ਸਕਾ ਗਏ। ਸੋ ਸਮਾਜ ਸੇਵੀਆਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਗੁਜ਼ਾਰਾ ਹੁਣ ਜਿਹੜਾ 6 ਮਹੀਨੇ ਸਾਲ ਪਸ਼ੂਆਂ ਦੇ ਦੁੱਧ ਨਾਲ ਹੋਣਾ ਹੈ, ਤੇ ਦੁੱਧ ਜਿਹੜਾ ਦੁੱਧ ਹਰੇ ਚਾਰੇ ਨਾਲ ਆਉਣਾ ਹੈ। ਤੇ ਕਿਰਪਾ ਕਰਕੇ ਬੇਨਤੀ ਹੈ ਵੀ ਜਿੱਥੇ ਤੁਸੀਂ ਬਹੁਤ ਰਾਸ਼ਨ ਪਹੁੰਚਾਤਾ, ਧੀਰਾਘਰ ਬੰਡਾਲੇ ਵਾਲੇ ਪਿੰਡਾਂ ਦੇ ਵਿੱਚ, ਸੁਲਤਾਨਪੁਰ, ਗਿੱਦੜਪਿੰਡੀ, ਲੋਹੀਆਂ ਵਾਲੇ ਪਾਸੇ, ਪਰ ਆ ਬਿਆਸ ਦਰਿਆ ਦੀ ਜਿਹੜੀ ਬੈਲਟ ਹੈ, ਇਹ 15-20 ਪਿੰਡਾਂ ਦੇ ਵਿੱਚ ਸਮਾਜ ਸੇਵੀ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇੱਥੇ ਵੀ ਇੱਕ ਗੇੜਾ ਲਾਓ, ਇਹਨਾਂ ਲੋਕਾਂ ਦੀ ਬਾਂਹ ਫੜੋ। ਮੈਂ ਕਹਿੰਦਾ ਵੀ ਬੇਸ਼ੱਕ ਚਾਰਾ ਲਿਆਉਣ ਤੋਂ ਪਹਿਲਾਂ ਇੱਕ ਵਾਰ ਵਿਜ਼ਿਟ ਕਰੋ,
ਕਈ ਵਾਰ ਕੀ ਹੁੰਦਾ ਆਪਾਂ ਟਰਾਲੇ ਲੈ ਕੇ ਤੁਰ ਪੈਂਦੇ, ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਵੰਡਣਾ ਕਿੱਥੇ। ਜਿਵੇਂ ਬੰਡਾਲੇ ਪਿੰਡ ਉਦੋਂ ਝਗੜਾ ਹੋ ਗਿਆ। ਸੋ ਪਹਿਲਾਂ ਵਿਜ਼ਿਟ ਕਰੋ। ਜੇ ਤੁਸੀਂ ਲੱਖਾਂ ਦਾ ਰਾਸ਼ਨ ਵੰਡਣਾ ਤਾਂ 2-3 ਹਜ਼ਾਰ ਰੁਪਈਆ ਕਾਰ ਤੇ ਤੇਲ ਬਾਲ ਲਓ, ਆ ਕੇ ਵੇਖੋ ਵੀ ਇਸ ਪਿੰਡ ਦੇ ਵਿੱਚ ਸੱਚੀ ਲੋੜ ਹੈ। ਇਹ ਪਿੰਡ ਨੇ ਜੀ ਘੜਕਾ, ਗੁੱਜਰਪੁਰ, ਮੁੰਡਾ ਪਿੰਡ, ਕਿਹੜੇ ਪਿੰਡ ਨੇ ਜੀ ਮਾੜਾ ਦੱਸਿਆ ਜੀ। ਇਹ ਭਾਈ ਧੁੰਦੇ ਤੋਂ ਲੱਗ ਕੇ ਆਏ, ਧੁੰਦਾ ਅੱਗੇ ਆ ਗਿਆ ਹੈ ਜੀ, ਤੇ ਜੋਲ ਭੈਲ ਆ ਗਏ, ਜੋਲ ਭੈਲ, ਮੁੰਡਾ ਪਿੰਡ ਆ ਗਿਆ, ਗੁੱਜਰਪੁਰ ਆ ਗਿਆ, ਘੜਕਾ ਆ ਗਿਆ, ਕਰਮੋਵਾਲ ਆ ਗਿਆ, ਤੇ ਧੁੰਨ ਆ ਗਏ ਗਾੜੀ। 2.5 ਘੰਟੇ ਜਿੰਨੇ 2.5 ਘੰਟੇ ਦੇ ਪਿੰਡ ਆ ਸਾਰੇ ਵਿੱਚ ਦਰਿਆ ਦੀ ਮਾਰ ਦੇ ਵਿੱਚ ਆ ਜਾਂਦੇ ਜੀ। ਸੋ ਵੀਰ ਜੀ ਨੇ ਦੱਸਿਆ ਵੀ ਇਹ ਕਿਹੜੇ ਹਲਕਾ, ਕਿਹੜਾ ਖਡੂਰ ਸਾਹਿਬ ਨੇੜੇ ਚੋਲਾ ਸਾਹਿਬ? ਹਾਂਜੀ, ਚੋਲਾ ਸਾਹਿਬ ਦੇ ਬਲਾਕ ਚੋਲਾ ਸਾਹਿਬ, ਹਲਕਾ ਖਡੂਰ ਸਾਹਿਬ। ਬਲਾਕ ਚੋਲਾ ਸਾਹਿਬ ਤੇ ਹਲਕਾ ਖਡੂਰ ਸਾਹਿਬ। ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਾਂਗਾ ਵੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਇਹ ਪਿੰਡਾਂ ਦੇ ਵਿੱਚ। ਅਜੇ ਵੀ ਬਾਬਾ ਜੀ ਲੋਕਾਂ ਦੀਆਂ ਪੈਲੀਆਂ ਕਿੰਨਾ ਪਾਣੀ ਖੜਾ ਹੋਏਗਾ? ਅਜੇ ਵੀ ਵੀਰ ਜੀ 8 ਤੋਂ 10 ਫੁੱਟ ਤੱਕ ਪਾਣੀ ਖੜਾ ਹੈ। 10 ਫੁੱਟ? ਹਾਂਜੀ, ਪਾਣੀ ਖੜਾ ਹੈ ਪੈਲੀਆਂ ਦੇ ਵਿੱਚ। ਕਿੰਨੇ ਦਿਨ ਹੋ ਗਏ ਚੱਲਦੇ ਨੂੰ? ਅਜੇ 15 ਦਿਨ ਹੋ ਗਏ ਆ ਜੀ। ਹਾਂਜੀ ਹਾਂਜੀ। ਤੇ ਅਖੀਰ ਦੇ ਵਿੱਚ ਸਤਨਾਮ ਸਿੰਘ ਜੀ ਕੀ ਕਹਿਣਾ ਚਾਹੋਗੇ? ਯਾਰ ਉੜੀਸਾ ਦੇ ਵਿੱਚ ਹੜ੍ਹ ਆਏ, ਭੁਚਾਲ ਆਉਂਦੇ ਆ ਹਨਾ, ਇਰਾਕ ਦੇ ਵਿੱਚ ਕਿੱਥੇ ਕਿੱਥੇ ਆਏ। ਸਿੱਖ ਮਤਲਬ ਕਿ ਹਰੇਕ ਜਗ੍ਹਾ ਲੰਗਰ ਲਾਉਂਦਾ ਹੈ, ਆਪਣਾ ਦਸਵੰਧ ਕੱਢ ਕੇ ਲਾਉਂਦਾ, ਜਾਂ ਆਪਣਾ ਘਰ ਨਹੀਂ ਵੇਂਦਾ, ਬਾਹਰ ਨਹੀਂ ਵੇਂਦਾ, ਹਰੇਕ ਜਗ੍ਹਾ ਯਾਰ ਸਿੱਖ ਲੰਗਰ ਲਾਵੇ। ਅੱਜ ਸਿੱਖਾਂ ਦੇ ਵਿਪਤਾ ਪਈ ਪੰਜਾਬ ਤੇ ਤੁਸੀਂ ਕਿਸੇ ਨੇ ਬਾਂਹ ਨਹੀਂ ਫੜੀ ਯਾਰ। ਦਿੱਲੀਏ ਇਹ ਜਿਹੜਾ ਤੂੰ ਕਹਿਰ ਕਮਾ ਰਹੀ ਨਾ ਸਿੱਖਾਂ ਤੇ, ਇਹਦੀਆਂ ਨੀਆਂ ਬਹੁਤ ਡੂੰਘੀਆਂ ਸਿੱਖੀ ਦੀਆਂ। ਇਹ ਪੁੱਤਰਾਂ ਦਾ ਖੂਨ ਪਾ ਕੇ ਗੁਰੂ ਗੋਬਿੰਦ ਸਿੰਘ ਨੇ ਸਿੱਖੀ ਪੈਦਾ ਕੀਤੀ ਆ, ਆਪਣੇ ਪੁੱਤਰਾਂ ਦਾ ਖੂਨ ਡੋਲ ਕੇ, ਤੇ ਤੂੰ ਇਹਦੀਆਂ ਜੜ੍ਹਾਂ ਜਿਹੜੀਆਂ ਇਦਾਂ ਲਾ ਨਹੀਂ ਸਕਦੀ। ਦਿੱਲੀ ਦੀ ਮਦਦ ਕੀਤੀ ਗੁਰੂ ਤੇਗ ਬਹਾਦਰ ਨੇ ਸੀਸ ਦੇ ਕੇ, ਦਿੱਲੀ ਚਾਂਦੀ ਚੌਂਕ ਸੀਸ ਦਿੱਤਾ, ਕੁਰਬਾਨੀਆਂ ਕੀਤੀਆਂ, 17 ਵਾਰ ਫਤਿਹ ਕੀਤੀ ਬਾਬਾ ਬੰਗੇਲ ਸਿੰਘ ਨੇ। ਤੇ ਤੂੰ ਬਹੁਤੀ ਤਿੜੀ ਨਾ ਫਿਰ ਕਿ ਤੂੰ ਸਿੱਖਾਂ ਨੂੰ ਦਬਾ ਲੇਂਗੀ। ਜਿੱਦਣ ਮਹਾਰਾਜ ਨੇ ਕਿਰਪਾ ਕਰਤੀ ਨਾ ਸਿੱਖ ਆਪਦੀ ਆਈ ਤੇ ਆ ਗਏ, ਇਹ ਹੜਾਂ ਉਡਾਣਾ ਤੂੰ ਜਿੰਨਾ ਮਰਜ਼ੀ ਨੁਕਸਾਨ ਕਰ ਲਾ, ਇਹ ਚਲੋ ਠੀਕ ਆ, ਮੰਨਦੇ ਆ ਕੁਦਰਤੀ ਕਹਿਰ ਵਾ, ਪਰ ਸਿੱਖ ਯਾਰ ਆਪਦੇ 10ਵੇਂ ਹਿੱਸੇ ਚੋਂ ਦਸਵੰਧ ਕੱਢ ਕੇ ਹਰੇਕ ਦੇ ਮੂੰਹ 'ਚ ਪਾਉਂਦਾ। ਤੇ ਤੂੰ ਅੱਜ ਸਿੱਖਾਂ ਦੇ ਵਿਪਤਾ ਪਈ, ਇਹਦੇ ਕੋਈ ਸਾਰ ਨਹੀਂ ਲੈ ਰਿਹਾ। ਵੇਖੋ ਸੈਂਟਰ ਤੇ ਲਾਮਾ ਜ਼ਰੂਰ ਬਣਦਾ, ਕਿਉਂਕਿ ਵੇਖੋ ਅਸੀਂ ਇਸ ਦੇਸ਼ ਦੇ ਵਾਸੀ ਆ। ਔਰ ਦੂਜੀ ਗੱਲ ਵੀਰਾਂ ਦਾ ਲਾਮਾ ਇਸ ਗੱਲੋਂ ਹੈ ਵੀ ਅੱਜ ਜਿਹੜੀਆਂ ਨਹਿਰਾਂ 12 ਮਹੀਨੇ ਚੱਲਦੀਆਂ, ਉਹਨਾਂ ਦਾ ਜੋ ਵੀ ਅਖਤਿਆਰ ਹੈ ਉਹ ਸੈਂਟਰ ਦੇ ਕੋਲ ਹੈ, ਕੇਂਦਰ ਦੇ ਕੋਲ ਹੈ। ਅੱਜ ਨਹਿਰਾਂ ਬਿਲਕੁਲ ਬੰਦ ਨੇ ਜਿਹੜੀਆਂ 12 ਮਹੀਨੇ ਚੱਲਦੀਆਂ। ਸਾਨੂੰ ਔੜ ਹੁੰਦੀ, ਸਾਨੂੰ ਪਾਣੀ ਦੀ ਲੋੜ ਹੁੰਦੀ ਹੈ, ਪੰਜਾਬੀਆਂ ਨੂੰ ਅਸੀਂ ਚੂਲੀ ਨਹੀਂ ਕੱਢ ਸਕਦੇ ਵਿੱਚੋਂ। ਅਸੀਂ 8 ਘੰਟੇ ਬਿਜਲੀ ਡੀਕੀ ਜਾਂਦੇ ਹਾਂ, ਪਰ ਅੱਜ ਲੋਕਾਂ ਦੀਆਂ ਪੈਲੀਆਂ ਦੇ ਵਿੱਚ ਦਰਿਆ ਵਹਿ ਰਹੇ ਨੇ ਔਰ ਨਹਿਰਾਂ ਬਿਲਕੁਲ ਸੁੱਕੀਆਂ ਨੇ। ਅੱਜ ਲੋਕਾਂ ਦਾ ਕਿਤੇ ਨਾ ਕਿਤੇ ਗਿਲਾ ਜਿਹੜਾ ਹੈ ਉਹ ਜਾਇਜ਼ ਹੈ। ਸੋ ਸੈਂਟਰ ਨੂੰ ਵੀ ਬੇਨਤੀ ਹੈ, ਸਟੇਟ ਨੂੰ ਵੀ ਬੇਨਤੀ ਹੈ ਵੀ ਅੱਜ ਵਿਪਤਾ ਦੇ ਸਮੇਂ ਦੇ ਵਿੱਚ ਇਹ ਲੋਕਾਂ ਨਾਲ ਮਜ਼ਾਕ ਨਾ ਕੀਤਾ ਜਾਏ। ਜਿਹੜੀਆਂ ਵੀ ਲੋਕਾਂ ਨੂੰ ਰਾਹਤ ਸਮੱਗਰੀ ਚਾਹੀਦੀ ਉਹ ਉਹਨਾਂ ਤੱਕ ਪਹੁੰਚਦੀ ਕੀਤੀ ਜਾਏ। ਤੇ ਮੁਆਵਜ਼ਾ ਘੱਟੋ ਘੱਟ, ਮੁਆਵਜ਼ਾ ਜਿਹੜਾ 6000 ਦਿੱਤਾ, ਘੱਟੋ ਘੱਟ ਕਿੰਨਾ ਚਾਹੀਦਾ ਜੀ? ਮੁਆਵਜ਼ਾ ਮੰਨ ਲਓ 30 ਹਜ਼ਾਰ ਦਿੱਤਾ ਨਾ, ਹਰਿਆਣੇ ਨੂੰ ਦਿੱਲੀ ਨੂੰ ਦਿੱਤਾ ਵਾ ਜੀ। 50,000 ਤੋਂ ਘੱਟ ਮਤਲਬ ਕਿ ਤੁਸੀਂ ਕੀ ਦਵੋਗੇ? 50,000 ਨਾਲ ਦਾ ਗੁਜ਼ਾਰਾ ਨਹੀਂ ਹੈਗਾ, ਕਿਉਂਕਿ 50,000 ਨਾਲ ਅੱਜ ਕੱਲ੍ਹ ਕੁਝ ਨਹੀਂ ਬਣਦਾ। ਕਮ ਸੇ ਕਮ 50,000 ਤੇ ਦੇ, ਕੋਈ ਪੈਲੀਆਂ ਪੁਲੀਆਂ ਕਰਾ ਸਕਣ, ਆਪਦਾ ਕੋਈ ਕਣਕ ਤੇ ਬੀਜੀ ਨਹੀਂ ਜਾਣੀ। ਬਿਲਕੁਲ ਸਹੀ ਗੱਲ ਜੀ। ਜਿਨ੍ਹਾਂ ਨੂੰ 30,000 ਦੀ ਗੱਲ ਕੀਤੀ ਗਈ ਉਹਨਾਂ ਦੀਆਂ ਪੈਲੀਆਂ ਖਰਾਬ ਨਹੀਂ ਹੋਈਆਂ, ਕੇਵਲ ਫਸਲਾਂ ਖਰਾਬ ਹੋਈਆਂ। ਇਹ ਜਿਹੜੇ ਪੰਜਾਬ ਦੇ ਜਿਹੜੇ ਪਿੰਡ 50,000 ਦੀ ਮੰਗ ਕਰਦੇ ਨੇ, ਫਸਲਾਂ ਵੀ ਖਰਾਬ ਹੋਈਆਂ ਤੇ ਜ਼ਮੀਨਾਂ ਵੀ ਉੱਚੀਆਂ ਨੀਵੀਆਂ ਹੋ ਗਈਆਂ। ਸੋ ਘੱਟੋ ਘੱਟ 50,000 ਦੀ ਮੰਗ ਕੀਤੀ ਹੈ। ਜੇ ਤੁਸੀਂ 50,000 ਵੀ ਨਹੀਂ ਦੇ ਸਕਦੇ ਤੇ ਵੀਰਾਂ ਨੇ ਇੱਕ ਗੱਲ ਕੀਤੀ ਸੀ, ਸਾਨੂੰ ਜਿਹੜੀ ਰੇਤਾ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਰੇਤਾ ਚੱਕਣ ਦੀ ਪਰਮਿਸ਼ਨ ਦਿੱਤੀ ਜਾਏ। ਸੋ ਇਹ ਸਵਾਲ ਨੇ ਲੋਕਾਂ ਦੇ, ਇਹ ਸਰਕਾਰਾਂ ਨੇ ਹੱਲ ਕਰਨੇ ਨੇ। ਸੋ ਸਵਾਲ ਲੋਕਾਂ ਨੇ ਆਪਣੇ ਰੱਖਤੇ ਨੇ। ਅੱਜ ਸਮਾਂ ਵੇਖੋ, ਲੋਕਾਂ ਤੇ ਵਿਪਤਾ ਬਣੀ, ਅੱਜ ਇਹਨਾਂ ਦੇ ਨਾਲ ਖੜੋ। ਨਹੀਂ ਤੇ ਵੇਖੋ 24 ਦੇ ਵਿੱਚ 27 ਦੇ ਵਿੱਚ ਤੁਸੀਂ ਇਹਨਾਂ ਲੋਕਾਂ ਦੇ ਘਰਾਂ 'ਚ ਆਉਣਾ ਤੇ ਫਿਰ ਇਹਨਾਂ ਨੇ ਸਵਾਲ ਕਰਨੇ। ਹੱਥ ਬੰਨ੍ਹ ਕੇ ਬੇਨਤੀ ਹੈ, ਭਾਵੇਂ ਮੌਜੂਦਾ ਵਿਧਾਇਕ ਨੇ, ਭਾਵੇਂ ਉਹ ਸਾਬਕਾ MLAs ਨੇ, ਉਹ ਵੀ ਆਉਣ, ਕਿਉਂਕਿ ਇਲੈਕਸ਼ਨਾਂ ਦਿਨਾਂ ਦੇ ਵਿੱਚ ਭਾਵੇਂ ਸਾਬਕਾ ਤੇ ਭਾਵੇਂ ਮੌਜੂਦਾ ਸਭ ਨੇ ਆਉਣਾ। ਸੋ ਹੱਥ ਬੰਨ੍ਹ ਕੇ ਬੇਨਤੀ ਵੀ ਹੈ, ਦੁੱਖ ਦੀ ਘੜੀ ਦੇ ਵਿੱਚ ਵੀ ਆਓ, ਆਪਣਾ ਦਸ਼ਵੰਧ ਕੱਢੋ ਤੇ ਲੋਕਾਂ ਦੇ ਜ਼ਖਮ ਤੇ ਮਲ੍ਹ ਮਿਲਾਉਣ ਦਾ ਯਤਨ ਕਰੋ। ਸੋ ਆਹ ਸਨ ਵੀਰ ਜਿਹੜੇ ਪੂਰੀਆਂ ਲਿਸਟਾਂ ਬਣ ਗਈਆਂ ਨੇ, ਜਿਹੜੇ ਘਰਾਂ ਦੇ ਵਿੱਚ ਜਿਵੇਂ ਜਿਵੇਂ ਚਾਹੀਦਾ। ਇੱਥੇ ਗੁਰੂ ਘਰ ਦੇ ਵਿੱਚ ਆਪਾਂ ਕਿਹਾ ਵੀ ਕੋਈ ਬਖੇੜਾ ਨਹੀਂ, ਆਪਾਂ ਕੋਈ ਰੋਲਾ ਨਹੀਂ, ਸ਼ਾਂਤਮਈ ਤਰੀਕੇ ਦੇ ਨਾਲ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਉਹ 13 ਕਹਿ ਕੇ ਹੀ ਦਿੱਤਾ ਜਾਂਦਾ। ਇਹ ਵਾਹਿਗੁਰੂ, ਇਹ ਰਾਸ਼ਨ ਵੀ ਤੇਰਾ ਹੈ, ਅਸੀਂ ਵੀ ਤੇਰੇ ਹਾਂ, ਸੋ ਲੈਣ ਵਾਲੇ ਵੀ ਤੇਰੇ ਨੇ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ, ਇਹ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ, ਉਹਦੀ ਮਿਹਰ ਸਦਕਾ ਉਹਦੇ ਦਸ਼ਵੰਧ ਨੂੰ ਜਿਹੜਾ ਸਹੀ ਥਾਂ ਤੇ ਆਪਣੇ ਸਮਾਜ ਸੇਵੀ ਵੀਰ ਲਾ ਰਹੇ ਨੇ। ਸੋ ਸਮਾਜ ਸੇਵੀਆਂ ਨੂੰ ਬੇਨਤੀ ਵੀ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਜ਼ਰੂਰ ਰਾਸ਼ਨ ਲੈ ਕੇ ਆਓ।
ਕਿਉਂਕਿ ਦੁੱਧ ਦੇ ਨਾਲ ਇਹਨਾਂ ਲੋਕਾਂ ਦਾ ਗੁਜ਼ਾਰਾ ਹੋਣਾ ਤੇ ਦੁੱਧ ਅੱਜ ਡੰਗਰ ਸਕਾ ਗਏ ਨੇ ਤੇ ਹਰੇ ਦੀ ਬਹੁਤ ਜ਼ਿਆਦਾ ਲੋੜ ਹੈ, ਤੂੜੀ ਦੀ ਲੋੜ ਹੈ, ਚੋਕਰ ਦੀ ਲੋੜ ਹੈ। ਕੋਈ ਇਹਨਾਂ ਨੇ ਇਹ ਨਹੀਂ ਕਿਹਾ ਵੀ ਸਾਨੂੰ ਖਾਣ ਵਾਲਾ ਰਾਸ਼ਨ ਚਾਹੀਦਾ, ਉਹਨਾਂ ਕਿ ਰਾਸ਼ਨ ਖਾਣ ਵਾਲਾ ਅਸੀਂ ਦੁੱਧ ਵੇਚ ਕੇ ਲੈ ਸਕਦੇ ਹਾਂ। ਸੋ ਸਾਡੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ, ਸੋ ਇਹਨਾਂ ਦੀ ਮੰਗ ਨੂੰ ਪੂਰਾ ਕੀਤਾ ਜਾਏ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।